ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ 1-2 ਮਿੰਟ ਤੱਕ ਸਟਾਰਟ ਕਰਦੇ ਹਾਂ। ਵਾਹਿਗੁਰੂ ਵਾਹਿਗੁਰੂ ਸਤਨਾਮ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁੜ ਚੁੱਕੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ, ਅੱਜ ਇੱਕ ਤੇ ਸਭ ਤੋਂ ਪਹਿਲਾਂ ਖੁਸ਼ੀ ਦੀ ਗੱਲ ਇਹ ਹੈ ਕਿ ਆਪਣੀ ਜੋ ਕਲਾਸ ਦਾ ਹੁਣ ਸਮਾਂ ਹੈ, ਪਹਿਲਾਂ ਸੀਮਿਤ ਸੀ 45 ਮਿੰਟ 35 ਮਿੰਟ, ਪਰ ਹੁਣ ਜਿਹੜਾ ਟਾਈਮ ਹੈ ਉਹ ਆਪਾਂ ਨੂੰ ਮਿਲ ਚੁੱਕਾ ਹੈ, ਐਕਸਟੈਂਡ ਕਰ ਦਿੱਤਾ ਹੈ ਕੱਲ ਦਾ। ਤੇ ਅੱਜ ਜਿਹੜੀ ਕਲਾਸ ਹੈ ਆਪਾਂ ਜਿੰਨੇ ਵੀ ਵਧੇਰੇ ਵਿਚਾਰ ਹੋ ਸਕੀ ਉਨੀ ਕਰਾਂਗੇ ਆਪਾਂ। ਤੇ ਸਵਾਲ ਜਵਾਬ ਵੀ ਜਿਹੜੇ ਉਸੇ ਹਿਸਾਬ ਦੇ ਨਾਲ ਖੁੱਲਾ ਟਾਈਮ ਕਹਿਣ ਤੋਂ ਭਾਵ ਕਿ ਆਪਾਂ ਨੂੰ ਹੁਣ ਮਿਲ ਚੁੱਕਾ ਹੈ। ਤੇ ਆਪਾਂ ਜੋ ਕੱਲ ਵਿਚਾਰ ਆਰੰਭ ਕੀਤੀ ਸੀ, ਆਪ ਜੀ ਨੇ ਭਾਈ ਸ਼ਿਵਤਾਰ ਸਿੰਘ ਜੀ ਹੁਣਾਂ ਪਾਸੋਂ ਜੋ ਸਰਵਣ ਕੀਤਾ ਸੀ, ਗੁਰਦੁਆਰਾ ਸਾਹਿਬ ਦੀ ਜੋ ਮਰਿਆਦਾ ਆਰੰਭ ਹੋਈ ਸੀ ਉਸ ਬਾਰੇ ਆਪਾਂ ਗੱਲਬਾਤ ਸ਼ੁਰੂ ਕਰਨੀ ਹੈ। ਸੰਗਤ ਕਾਫੀ ਜੁੜ ਚੁੱਕੀ ਹੈ, ਹੋਰ 1-2 ਪਰਸਨ ਜੁੜ ਜਾਣ ਫਿਰ ਆਪਾਂ ਇਸ ਵਿਚਾਰ ਨੂੰ ਅੱਗੇ ਲੈ ਕੇ ਚੱਲਦੇ ਹਾਂ। ਕਿਉਂਕਿ ਕੀ ਹੁੰਦਾ ਹੈ ਕਿ ਜਦੋਂ ਸੰਗਤ ਡੇਲੀ ਜਿਹੜੀ ਜੁੜਦੀ ਹੈ ਤੇ ਜਦੋਂ ਆਪਾਂ ਆਰੰਭ ਕਰ ਲੈਂਦੇ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਗੱਲ ਕੱਲ ਕਿੱਥੋਂ ਛੱਡੀ ਸੀ ਤੇ ਅੱਜ ਇਹ ਗੱਲ ਚੱਲੀ। ਤੋਂ 1-2 ਮਿੰਟ ਤੱਕ ਆਪਾਂ ਜਿਹੜੀ ਇਹ ਕਲਾਸ ਆਰੰਭ ਕਰ ਲੈਂਦੇ ਹਾਂ। ਅੱਜ ਕੋਈ ਆਪਾਂ ਨੂੰ ਚਿੰਤਾ ਨਹੀਂ ਹੈ ਕਿਉਂਕਿ ਕੱਲ ਦੀ ਜੋ ਕਲਾਸ ਸੀ ਉਹ ਸਾਰੇ ਆਪਾਂ ਨੂੰ 27 ਮਿੰਟ ਮਿਲੇ ਸੀ। ਅੱਜ ਦੀ ਕਲਾਸ 'ਚ ਆਪਾਂ ਆਪਣੇ ਕੋਲ ਖੁੱਲਾ ਟਾਈਮ ਹੈ, ਆਪਾਂ ਜਿਹੜੀ ਵਿਚਾਰ ਹੈ ਖੁੱਲੇ ਤੌਰ ਤੇ ਹਰ ਗੱਲ ਦੇ ਉੱਤੇ ਰੋਕ ਕੇ ਆਪਾਂ ਵਿਚਾਰ ਕਰਨੀ ਹੈ, ਤਾਂ ਕਿ ਇਹ ਜਿਹੜੀ ਗੁਰਦੁਆਰੇ ਦੀ ਮਰਿਆਦਾ ਆਪਣੀ ਸਮਝ ਵਿੱਚ ਆ ਜਾਵੇ ਤੇ ਚੰਗੀ ਪਕੜ ਬਣ ਜਾਵੇ। ਤਾਂ ਕਿ ਆਪਾਂ, ਕਿਉਂਕਿ ਗੁਰਦੁਆਰੇ 'ਚ ਜਦੋਂ ਆਪਾਂ ਜਾਂਦੇ ਹਾਂ ਨਾ ਤੇ ਕਈ ਮਰਿਆਦਾਵਾਂ ਸਾਨੂੰ ਪਤਾ ਨਹੀਂ ਹੁੰਦੀਆਂ ਤੇ ਉਹ ਅਸੀਂ ਉੱਥੇ ਜਾ ਕੇ ਤੇ ਮਨਮਤ ਕਰਨੀ ਆਰੰਭ ਕਰ ਦਿੰਦੇ। ਤੇ ਉਹ ਫਿਰ ਕਈ ਵਾਰੀ ਕੀ ਹੁੰਦਾ ਕਿ ਗੁਰਦੁਆਰੇ ਦੇ ਗ੍ਰੰਥੀ ਜੇ ਆਪਾਂ ਨੂੰ ਰੋਕੇ ਤੇ ਫਿਰ ਆਪਾਂ ਉਹਨੂੰ ਵੀ ਥੋੜਾ ਜਿਹਾ ਬੁਰਾ ਭਲਾ ਕਹਿ ਦਿੰਦੇ ਹਾਂ। ਕਈ ਵਾਰੀ ਤੇ ਗ੍ਰੰਥੀ ਵੀ ਅਜਿਹੇ ਹੁੰਦੇ ਆ ਜਿਹੜੇ ਅੰਨ ਮੱਤ ਦੇ ਪਿੱਛੇ ਲਾ ਕੇ, ਦੂਸਰਿਆਂ ਦੀ ਮੱਤ ਪਿੱਛੇ ਲਾ ਕੇ ਗੁਰਮਤ ਨੂੰ ਭੁੱਲ ਜਾਂਦੇ ਆ। ਸੋ ਇਸ ਕਰਕੇ ਬੜਾ ਜ਼ਰੂਰੀ ਹੈ, ਜੇ ਤੇ ਕੋਈ ਗੁਰੂ ਘਰ ਦਾ ਗ੍ਰੰਥੀ ਹੈ ਉਹਦੇ ਵਾਸਤੇ ਵੀ ਇਹ ਗੁਰੂ ਘਰ ਦੀ ਮਰਿਆਦਾ ਜਿਹੜੀ ਹੈ ਪੜ੍ਹਨੀ ਸੁਣਨੀ ਤੇ ਇਹਨੂੰ ਸਮਝਣਾ ਜਿਹੜਾ ਬੜਾ ਜ਼ਰੂਰੀ। ਗ੍ਰੰਥੀ ਦੀ ਵਿਸ਼ੇਸ਼ਤਾ ਇਹ ਹੋਣੀ ਚਾਹੀਦੀ ਹੈ ਕਿ ਉਹਨੂੰ ਗੁਰਦੁਆਰਾ ਸਾਹਿਬ ਦੀ ਜਿਹੜੀ ਚਰਨ ਗੰਗਾ ਹੁੰਦੀ ਹੈ ਨਾ, ਉੱਥੋਂ ਲੈ ਕੇ ਤੇ ਗੁਰਦੁਆਰਾ ਸਾਹਿਬ ਦੇ ਸੁੱਖ ਆਸਣ ਸਥਾਨ ਤੱਕ ਦੀ ਜਿੰਨੀ ਮਰਿਆਦਾ ਹੈ ਉਹਨੂੰ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਹੈ ਕਿ ਕੀ ਮਰਿਆਦਾ ਹੈ ਤੇ ਕਿਵੇਂ ਇਸ ਤਰ੍ਹਾਂ ਚੱਲਣਾ। ਸੋ ਇਸ ਕਰਕੇ ਬੜਾ ਜ਼ਰੂਰੀ ਹੈ, ਸਾਡੇ ਲਈ ਵੀ ਜ਼ਰੂਰੀ ਹੈ ਤੇ ਗੁਰਦੁਆਰਿਆਂ ਦੇ ਗ੍ਰੰਥੀਆਂ ਲਈ ਵੀ ਜ਼ਰੂਰੀ ਹੈ। ਸੋ ਆਪ ਜੀ ਜਿੰਨਾ ਚਿਰ ਸੰਗਤ ਜੁੜਦੀ ਹੈ, ਆਪਾਂ ਜੋ ਅੱਜ ਆਰੰਭ ਕਰਨਾ, ਕੱਕਾ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਆ ਰਿਹਾ ਹੋਏਗਾ।
ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਘੂੜੇ ਦੇ ਪਾਵਿਆਂ ਨੂੰ ਮੁੱਠੀਆਂ ਭਰਨੀਆਂ, ਕੰਧਾਂ ਜਾਂ ਥੜੀਆਂ ਤੇ ਨੱਕ ਰਗੜਨਾ ਜਾਂ ਮੁੱਠੀਆਂ ਭਰਨੀਆਂ, ਮੰਜੀ ਸਾਹਿਬ ਹੇਠਾਂ ਪਾਣੀ ਰੱਖਣਾ, ਗੁਰਦੁਆਰਿਆਂ 'ਚ ਮੂਰਤੀਆਂ ਭਾਵ ਬੁੱਤ ਬਣਾਉਣੀਆਂ ਜਾਂ ਰੱਖਣੀਆਂ, ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ, ਇਹੋ ਜਿਹੇ ਕਰਮ ਮਨਮਤ ਹਨ। ਇਹ ਆਪ ਜੀ ਪੜ੍ਹ ਸਕਦੇ। ਇਸ ਤੋਂ ਬਾਅਦ ਖੱਖਾ ਨੰਬਰ ਹੈ, ਇੱਕ ਤੋਂ ਦੂਜੀ ਥਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਜਾਣ ਵੇਲੇ ਅਰਦਾਸ ਕਰਨੀ ਚਾਹੀਏ। ਜਿਸ ਨੇ ਸਿਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੁੱਕਿਆ ਹੈ ਉਹ ਨੰਗੇ ਪੈਰੀ ਚੱਲੇ, ਪਰ ਜੇ ਕਿਸੇ ਮੌਕੇ ਜੋੜੇ ਪਾਉਣ ਦੀ ਅਤੀ ਲੋੜ ਪੈ ਜਾਵੇ, ਬੜਾ ਜ਼ਰੂਰੀ ਹੋ ਜਾਵੇ ਅਤ ਲੋੜ, ਫਿਰ ਭਰਮ ਨਹੀਂ ਕਰਨਾ, ਫਿਰ ਜੋੜੇ ਪਾ ਲੈਣੇ ਚਾਹੀਦੇ ਆ। ਇਹ ਜਿਹੜੀ ਗੱਲ ਪੰਥ ਨੇ ਇੱਥੇ ਦੱਸੀ ਹੈ। ਸੋ ਆਪ ਜੀ ਇਹਨੂੰ ਪੜ੍ਹ ਲਓ, ਫਿਰ ਆਪਾਂ ਵਿਚਾਰ ਆਰੰਭ ਕਰੀਏ। ਮੈਂ ਦੇਖਾਂ ਕਿੰਨੀ ਕੁ ਸੰਗਤ ਜੁੜ ਗਈ ਆ। ਹਾਂਜੀ ਠੀਕ ਹੈ ਜੀ। ਸੋ ਸਾਧ ਸੰਗਤ, ਕੱਲ ਆਪ ਜੀ ਨੇ ਜੋ ਸਰਵਣ ਕੀਤਾ ਸੀ ਕਿ ਗੁਰਦੁਆਰੇ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੋਈ ਵੀ ਜਿਹੜਾ ਹੋਰ ਗ੍ਰੰਥ ਸਥਾਪਨ ਕਰਨ ਦੀ ਜਾਂ ਪੁਸਤਕ ਸਥਾਪਨ ਕਰਨ ਦੀ ਭੁੱਲ ਨਹੀਂ ਕਰਨੀ। ਫਿਰ ਉਸ ਤੋਂ ਬਾਅਦ ਮੂਰਤੀ ਪੂਜਾ ਦਾ ਜਿਹੜਾ ਜਾਂ ਗੁਰਮਤਿ ਦੇ ਵਿਰੋਧੀ ਕਾਰਜ ਗੁਰਦੁਆਰਿਆਂ ਦੇ ਵਿੱਚ ਨਹੀਂ ਮਨਾਉਣੇ, ਤੇ ਗੁਰਮਤਿ ਅਨੁਸਾਰੀ ਜਿਹੜੇ ਕਾਰਜ ਗੁਰਦੁਆਰੇ 'ਚ ਹੋਣੇ ਚਾਹੀਦੇ। ਤੇ ਅੱਜ ਜੋ ਪੰਥ ਨੇ ਕੱਕਾ ਨੰਬਰ ਆਪ ਜੀ ਪੜ੍ਹ ਰਹੇ ਹੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਘੂੜੇ ਦੇ ਪਾਵਿਆਂ ਨੂੰ ਮੁੱਠੀਆਂ ਨਹੀਂ ਭਰਨੀ। ਕੀ ਹੁੰਦਾ ਹੈ ਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਤੇ ਕਈ ਭੁੱਲ ਦੇ ਨਾਲ ਕੀ ਕਰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪੰਘੂੜਾ ਹੁੰਦਾ ਹੈ, ਜਿਹੜਾ ਸੁੱਖ ਆਸਣ ਵਾਲਾ, ਤੇ ਜਾਂ ਜਿਸ ਮੰਜੀ ਸਾਹਿਬ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੁੰਦਾ ਹੈ, ਉਸ ਮੰਜੀ ਸਾਹਿਬ ਨੂੰ ਜਾਂ ਤੇ ਲੱਗ ਜਾਂਦੇ ਆ, ਤੇ ਜਾਂ ਉਸ ਮੰਜੀ ਸਾਹਿਬ ਦੇ ਨਾਲ ਇੱਕ ਹੋਰ ਕਾਰਜ ਰੱਖੜੀਆਂ ਦੇ ਦਿਨ ਆ ਗਏ ਆ। ਗੱਲ ਵਿੱਚ ਆਈ, ਕਈ ਚੰਗੀ ਗੱਲ ਹੋਈ ਕਿ ਰੱਖੜੀਆਂ ਵੀ ਬੰਨ੍ਹਦੇ ਆ ਲੋਕ। ਸੋ ਇਹ ਮਨਮਤ ਹੈ, ਇਹ ਨਹੀਂ ਕਰ ਮੁੱਠੀਆਂ ਕਰਨੀਆਂ, ਜਿਵੇਂ ਘੁੱਟਣਾ, ਪਾਵਿਆਂ ਨੂੰ ਫੜ ਕੇ ਇਸ ਤਰ੍ਹਾਂ ਦੋਵਾਂ ਹੱਥਾਂ ਦੇ ਨਾਲ ਘੁੱਟਣਾ, ਇਹ ਕਾਰਜ ਜਿਹੜਾ ਹੈ ਨਹੀਂ ਕਰਨਾ, ਇਹ ਮਨਮਤ ਹੈ। ਹਾਂ, ਗੁਰਸਿੱਖਾਂ ਦੀ ਟਹਿਲ ਕਮਾਉਣੀ ਜਿਹੜੀ ਉਹ ਜ਼ਰੂਰੀ ਹੈ, ਗੁਰਸਿੱਖਾਂ ਦੇ ਨਾਲ ਬੈਠ ਕੇ ਗੁਰਮਤਿ ਵਿਚਾਰ ਕਰਨੀ, ਇਹ ਕਾਰਜ ਗੁਰਦੁਆਰੇ 'ਚ ਹੋਣੇ ਚਾਹੀਦੇ, ਨਾ ਕਿ ਇਸ ਤਰ੍ਹਾਂ ਦੇ ਕੋਈ ਮਨਮਤ ਵਾਲੇ ਕਾਰਜ ਗੁਰਦੁਆਰਾ ਸਾਹਿਬ ਵਿੱਚ ਹੋਣ। ਮੁੱਠੀਆਂ ਨਹੀਂ ਭਰਨੀਆਂ, ਕੰਧਾਂ ਜਾਂ ਥੜਿਆਂ ਤੇ ਨੱਕ ਰਗੜਨਾ ਜਾਂ ਮੁੱਠੀਆਂ ਭਰਨੀਆਂ। ਜਿਹੜੇ ਹੋਰ ਕੰਧਾਂ ਜਾਂ ਥੜੇ ਬਣਾਏ ਹੁੰਦੇ ਆ ਉਹਨਾਂ ਦੇ ਉੱਤੇ ਨੱਕ ਜਾਂ ਮੱਥੇ ਨਹੀਂ ਰਗੜਨੇ ਚਾਹੀਦੇ। ਹਾਂ, ਕਈ ਵਾਰੀ ਵਿਚਾਰ ਆਉਂਦਾ ਮਨ ਦੇ ਵਿੱਚ ਕਿ ਗੁਰਦੁਆਰਾ ਜਦੋਂ ਆਪਾਂ ਸ਼੍ਰੀ ਹਰਿਮੰਦਰ ਸਾਹਿਬ ਜਾਂਦੇ ਹਾਂ, ਉੱਥੇ ਵੀ ਸਤਿਗੁਰਾਂ ਨੇ ਜਿਸ ਜਗ੍ਹਾ ਦੇ ਉੱਤੇ ਬੈਠ ਕੇ ਸਰੋਵਰ ਦੀ ਸਾਰੀ ਕਰਾਈ, ਉਸ ਜਗ੍ਹਾ ਦੇ ਉੱਤੇ ਵੀ ਜਿਹੜਾ ਹੈ ਇੱਕ ਥੜਾ ਬਣਿਆ ਹੋਇਆ ਹੈ, ਉਸ ਜਗ੍ਹਾ ਦਾ ਸਤਿਕਾਰ ਹੈ। ਜਿਵੇਂ ਬਾਬਾ ਦੀਪ ਸਿੰਘ ਜੀ ਦੀ ਮਾਫ ਕਰਨਾ ਬਾਬਾ ਬੁੱਢਾ ਜੀ ਦਾ ਬੇਰ ਹੈ, ਉਸ ਜਗ੍ਹਾ ਦਾ ਵੀ ਸਤਿਕਾਰ ਹੈ ਹਰ ਸਿੱਖ ਦੇ ਮਨ 'ਚ। ਉਹਨਾਂ ਬੇਰੀਆਂ ਦਾ ਜੋ ਲਾਚੀ ਵੇਰ ਹੈ, ਜਿਸ ਜਗ੍ਹਾ ਦੇ ਨਾਲ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਉਹਨਾਂ ਨੇ ਘੋੜਾ ਬੰਨਿਆ ਸੀ, ਉੱਥੇ ਚਲੋ ਖੈਰ ਪ੍ਰਕਾਸ਼ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦਾ। ਉਸ ਜਗ੍ਹਾ ਦੇ ਉੱਤੇ, ਜਿਸ ਜਗ੍ਹਾ ਦੇ ਉੱਤੇ ਪ੍ਰਕਾਸ਼ ਨਹੀਂ ਹੈ, ਉਸ ਦਾ ਸਤਿਕਾਰ ਜ਼ਰੂਰ ਹੈ ਸਿੱਖ ਦੇ ਮਨ ਦੇ ਵਿੱਚ। ਹਾਂ, ਉਹਨੂੰ ਨਮਸਕਾਰ ਕਰਨੀ ਜਾਂ ਆਪਣੇ ਵੱਲੋਂ ਥੋੜਾ ਅਸੀਸ ਝੁਕਾ ਕੇ ਬਾਬਾ ਬੁੱਢਾ ਜੀ ਨੂੰ ਮਨ 'ਚ ਧਿਆ ਕੇ ਜ਼ਰੂਰ ਲੰਘ ਜਾਣਾ ਚਾਹੀਦਾ, ਪਰ ਉਸ ਜਗ੍ਹਾ ਦੇ ਉੱਤੇ ਨੱਕ ਰਗੜਨਾ, ਕੰਧਾਂ ਦੇ ਨਾਲ ਮੱਥੇ ਰਗੜਨੇ, ਇਹ ਕਾਰਜ ਜਿਹੜਾ ਆ ਸਿੱਖ ਨੇ ਨਹੀਂ ਕਰਨਾ। ਤੇ ਮੰਜੀ ਸਾਹਿਬ ਦੇ ਹੇਠਾਂ ਜਿਹੜਾ ਜਲ ਰੱਖ ਕੇ ਫਿਰ ਉਹਨੂੰ ਛਕਣਾ ਕਿ ਜਲ, ਇਹ ਜਿਹੜਾ ਕਾਰਜ ਵੀ ਮਨਮਤ ਹੈ। ਫਿਰ ਉਸ ਤੋਂ ਬਾਅਦ ਗੁਰਦੁਆਰਿਆਂ ਦੇ ਵਿੱਚ ਮੂਰਤੀਆਂ ਬਣਾਉਣੀਆਂ ਜਾਂ ਰੱਖਣੀਆਂ, ਇਹ ਮਨਮਤ ਹੈ। ਗੁਰਦੁਆਰੇ ਦੇ ਵਿੱਚ ਬੁੱਤ ਪ੍ਰਸਤੀ ਜਿਹੜੀ ਹੈ ਉਹ ਹਰਾਮ ਹੈ, ਬੁੱਤ ਪ੍ਰਸਤੀ ਨਹੀਂ ਕਰਨੀ, ਕਿਸੇ ਤਰ੍ਹਾਂ ਦਾ ਕੋਈ ਬੁੱਤ ਨਹੀਂ ਬਣਾਉਣਾ, ਕਿਉਂਕਿ ਮਾਲਣ ਭੁੱਲੀ ਜਗ ਭੁਲਾਣਾ ਹਮ ਭੁਲਾਣੇ ਨਾਹੀਂ, ਕਿ ਜਿਹੜੀ ਹੈ ਮਾਲਣ ਭੁੱਲੀ ਜਗ ਭੁਲਾਣਾ ਹਮ ਭੁਲਾਣੇ ਨਾ ਹੈ। ਕਬੀਰ ਜੀ ਕਹਿੰਦੇ ਆ ਕਿ ਮਾਲਣ ਭੁੱਲ ਸਕਦੀ ਹੈ, ਫੁੱਲ ਚੜਾਉਣ ਭੁੱਲ ਸਕਦੀ ਹੈ, ਕਿ ਜਿਹੜਾ ਪ੍ਰਮਾਤਮਾ ਸਾਰੇ ਥਾਂ ਉਹ ਇੱਕ ਮੂਰਤੀ ਵਿੱਚ ਵਸਿਆ ਆ, ਉਹ ਇੱਕ ਸਮਝ ਸਕਦੀ ਹੈ ਭੁੱਲੀ ਹੋਈ, ਪਰ ਅਸੀਂ ਸਮਝਦੇ ਹਾਂ ਕਿ ਉਹ ਹਰ ਜਗ੍ਹਾ ਦੇ ਉੱਤੇ ਵਿਆਪਕ ਹੈ, ਇਸ ਕਰਕੇ ਉਹਦੀ ਇੱਕ ਖਾਸ ਮੂਰਤ ਨਹੀਂ ਬਣ ਸਕਦੀ। ਸੋ ਇਸੇ ਕਰਕੇ ਗੁਰੂ ਸਾਹਿਬਾਨਾਂ ਦੀਆਂ ਮੂਰਤੀਆਂ ਵੀ ਆਪਾਂ ਜਿਹੜੀਆਂ ਆ ਉਹ ਅੱਜ ਕੱਲ੍ਹ ਕਈ ਕੀ ਕਰਦੇ, ਦੁਕਾਨਾਂ ਦੇ ਉੱਪਰ ਇਹ ਮੂਰਤੀ ਬਣਾ ਲੈਂਦੇ ਆ ਤੇ ਉਹਨੂੰ ਵੇਚਦੇ ਵੀ ਹੈ। ਸਾਡੇ ਘਰਾਂ ਦੇ ਵਿੱਚ, ਕਈਆਂ ਦੇ ਘਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ ਅੱਜ ਕੱਲ੍ਹ ਬਣ ਗਈਆਂ, ਪਰ ਇਹ ਜਿਹੜੀ ਬੁੱਤ ਪ੍ਰਸਤੀ ਹੈ ਨਾ, ਇਹ ਮਾੜੀ ਹੈ, ਕਿਉਂਕਿ ਗੁਰੂ ਨੂੰ ਸੀਮਿਤ ਨਹੀਂ ਕੀਤਾ ਜਾ ਸਕਦਾ। ਗੁਰੂ ਦਾ ਦਰਜਾ ਬੜਾ ਵਿਸ਼ਾਲ ਹੈ, ਤੇ ਅਕਾਲ ਪੁਰਖ ਦਾ ਦਰਜਾ ਤੇ ਫਿਰ ਵਿਸ਼ਾਲ ਹੈ, ਜਿਹੜਾ ਹੈ ਹੀ ਅਕਾਲ ਮੂਰਤ, ਉਹਦੀ ਮੂਰਤੀ ਕੀ ਬਣਾਉਣੀ।
ਸਤਿਗੁਰਾਂ ਨੇ ਗੱਲ ਹੀ ਮੁਕਾ ਦਿੱਤੀ ਨਾ। ਜਦੋਂ ਆਪਾਂ ਮੂਲ ਮੰਤਰ ਦਾ ਆਰੰਭ ਕਰਦੇ ਹਾਂ, ਜਪਜੀ ਸਾਹਿਬ ਆਰੰਭ ਕਰਦੇ ਹਾਂ, ਤੇ ਸਤਿਗੁਰਾਂ ਨੇ ਜਦੋਂ ਅਕਾਲ ਮੂਰਤ ਕਹਿ ਦਿੱਤਾ ਤੇ ਪ੍ਰਸਤੀ ਜਾਂ ਮੂਰਤੀ ਬਣਾ ਕੇ ਉਹਦਾ ਆਕਾਰ ਕਿਵੇਂ ਅਸੀਂ ਬਣਾ ਸਕਦੇ? ਨਹੀਂ ਬਣਾ ਸਕਦੇ, ਹਨਾ। ਇਸ ਕਰਕੇ ਸਿੱਖ ਨਾਲੇ ਪੜ੍ਹੀ ਵੀ ਜਾਵੇ, ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਵੀ ਕਰੇ ਕਿ ਉਹ ਅਕਾਲ ਮੂਰਤ ਹੈ, ਤੇ ਨਾਲੇ ਮੂਰਤੀਆਂ ਪੂਜੀ ਜਾਵੇ, ਇਹ ਉਹ ਕਾਹਦਾ ਸਿੱਖ ਹੋਇਆ। ਇਸ ਕਰਕੇ ਗੁਰਦੁਆਰਿਆਂ ਦੇ ਵਿੱਚ ਖਾਸ ਗੱਲ ਜਿਹੜੀ ਹੈ ਧਿਆਨ ਵਿੱਚ ਰੱਖਿਆ ਕਿ ਗੁਰਦੁਆਰੇ ਦੇ ਵਿੱਚ ਮੂਰਤੀ ਪੂਜਾ ਜਾਂ ਮੂਰਤੀਆਂ ਬਣਾਉਣੀਆਂ ਮਨਮਤ ਹੈ। ਤੇ ਸਾਧ ਸੰਗਤ ਇਸ ਤੋਂ ਬਾਅਦ ਜੋ ਲਿਖਿਆ ਹੈ, ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ ਇਹੋ ਜਿਹੇ ਕਰਮ ਮਨਮਤ ਹਨ। ਹੁਣ ਕੀ ਹੁੰਦਾ ਹੈ ਕਿ ਗੁਰਦੁਆਰੇ ਸਾਹਿਬਾਨ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ, ਤੇ ਉੱਥੇ ਕੀ ਹੈ ਕਿ ਪਹਿਲੀ ਗੱਲ ਜਿੰਨੀਆਂ ਤਸਵੀਰਾਂ ਲੱਗੀਆਂ ਹੁੰਦੀਆਂ ਉਹਨਾਂ ਨੂੰ ਮੱਥਾ ਨਹੀਂ ਟੇਕਣਾ। ਪਹਿਲੀ ਗੱਲ ਤੇ ਗੁਰਦੁਆਰੇ ਦੇ ਵਿੱਚ ਕੋਈ ਤਸਵੀਰ ਜਿਹੜੀ ਆ ਉਹ ਨਹੀਂ ਲਾਉਣੀ ਚਾਹੀਦੀ। ਇਹ ਗੱਲ ਸਾਨੂੰ ਸੋਚਣੀ ਚਾਹੀਦੀ ਆ। ਜੇ ਅਸੀਂ ਕਿਸੇ ਮਹਾਂਪੁਰਖ ਦੀ, ਕਿਸੇ ਖਾਸ ਪੁਰਸ਼ ਦੀ ਤਸਵੀਰ ਲਾਉਣੀ ਆ, ਉਹਦੇ ਵਾਸਤੇ ਅਲੱਗ ਤੌਰ ਦੇ ਉੱਤੇ ਇੱਕ ਅਜਾਇਬ ਘਰ ਗੁਰਦੁਆਰਾ ਸਾਹਿਬ 'ਚ ਬਣਾ ਲਿਆ ਜਾਵੇ। ਜੇ ਅਜਾਇਬ ਘਰ ਨਹੀਂ ਬਣਾ ਸਕਦੇ, ਲੰਗਰ ਵਿੱਚ ਉਹ ਤਸਵੀਰਾਂ ਲਾ ਦਿੱਤੀਆਂ ਜਾਣ। ਤੇ ਇਸ ਗੱਲ ਤੋਂ ਗੁਰੇਜ਼ ਕਰਨਾ ਹੈ ਕਿ ਗੁਰਦੁਆਰੇ ਸਾਹਿਬ 'ਚ ਪਹਿਲੀ ਗੱਲ ਤੇ ਕੋਈ ਤਸਵੀਰ ਗੁਰੂ ਸਾਹਿਬ ਦੀ ਜਾਂ ਕਿਸੇ ਸਿੱਖ ਦੀ ਨਾ ਲੱਗੇ, ਤੇ ਦੂਸਰੀ ਗੱਲ ਉਹ ਲੰਗਰ ਵਿੱਚ ਜਾਂ ਉਸ ਤਸਵੀਰ ਨੂੰ ਕਿਸੇ ਖਾਸ ਅਜਾਇਬ ਘਰ ਦੇ ਵਿੱਚ ਲਾ ਦਿੱਤਾ ਜਾਵੇ। ਕੀ ਹੁੰਦਾ ਹੈ ਕਿ ਕੋਈ ਗੁਰਦੁਆਰਾ ਕਿਸੇ ਮਹਾਂਪੁਰਖ ਨੇ ਬਣਾਇਆ ਹੁੰਦਾ, ਤੇ ਉਹ ਭਾਵਨਾ ਹੁੰਦੀ ਹੈ ਉੱਥੋਂ ਦੀ ਸੰਗਤ ਦੀ ਕਿ ਅਸੀਂ ਉਹ ਮਹਾਂਪੁਰਖਾਂ ਦੀ ਤਸਵੀਰ ਵੀ ਲਾਉਣੀ। ਤੇ ਇਸ ਕਰਕੇ ਫਿਰ ਕੀ ਕਰਦੇ ਆ ਕਿ ਉਹ ਫਿਰ ਤਸਵੀਰ ਨੂੰ ਗੁਰਦੁਆਰੇ ਸਾਹਿਬ 'ਚ ਹੀ ਲਾ ਦਿੰਦੇ। ਤੇ ਇਸ ਤਰ੍ਹਾਂ ਕਰਨਾ ਜਿਹੜਾ ਉਹ ਮਨਮਤ ਹੈ। ਉਹ ਤਸਵੀਰ ਜੇ ਲਾਉਣੀ ਹੈ, ਜੇ ਤੁਹਾਡੇ ਮਨ ਵਿੱਚ ਸ਼ਰਧਾ ਹੈ, ਉਸ ਨੂੰ ਕਿਸੇ ਅਲੱਗ ਅਜਾਇਬ ਘਰ ਦੇ ਵਿੱਚ ਸਜਾ ਦਿੱਤਾ ਜਾਵੇ ਜਾਂ ਲੰਗਰ ਹਾਲ 'ਚ ਲਗਾ ਦਿੱਤਾ ਜਾਵੇ। ਫਿਰ ਉਸ ਤੋਂ ਬਾਅਦ ਇਸ ਮੂਰਤੀ ਨੂੰ ਪੂਜਣਾ ਜਿਹੜਾ ਆ ਉਹ ਨਹੀਂ ਚਾਹੀਦਾ। ਮੈਂ ਮਿਊਟ ਕਰ ਦੇਵਾਂ, ਕੋਈ ਸੰਗਤ ਜਿਹੜੀ ਆ ਅਨਮਿਊਟ ਹੋ ਚੁੱਕੀ ਹੈ। ਬੇਨਤੀ ਹੈ ਕਿ ਆਪਣਾ ਨਾ ਮਾਈਕ ਆਪ ਜੀ ਬੰਦ ਕਰ ਲਿਆ। ਜੋ ਸਵਾਲ ਹੈ ਉਹ ਆਪਾਂ ਅਖੀਰ ਦੇ ਉੱਤੇ ਵਿਚਾਰਨੇ ਆ। ਪਹਿਲਾਂ ਆਪਾਂ ਇਸ ਬਾਰੇ ਗੱਲ ਕਰ ਲਈਏ, ਕਿਉਂਕਿ ਫਿਰ ਉਸ ਤਰ੍ਹਾਂ ਫਲੋ ਬਣਿਆ ਹੁੰਦਾ ਤੇ ਫਿਰ ਉਹ ਜਿਹੜੀ ਗੱਲ ਆ ਉਹ ਹੋ ਜਾਂਦੀ ਹੈ। ਹੁਣ ਮਹਿੰਦਰ ਸਿੰਘ ਜੀ ਇਹਨਾਂ ਦਾ ਮਾਈਕ ਜਿਹੜਾ ਆ ਉਹ ਵੀ ਆਨ ਹੋ ਗਿਆ। ਬੇਨਤੀ ਹੈ ਕਿ ਆਪਣਾ ਮਾਈਕ ਨਾਲ ਦੀ ਨਾਲ ਹੀ ਬੰਦ ਕਰ ਲਿਆ। ਸੋ ਇਸ ਤਰ੍ਹਾਂ ਗੁਰਮਤਿ ਨੇ ਗੱਲ ਕੀਤੀ ਹੈ ਕਿ ਜੇ ਤਸਵੀਰ ਪਹਿਲੀ ਗੱਲ ਤੇ ਲਗਾਉਣੀ ਨਹੀਂ ਹੈ, ਲੰਗਰ ਹਾਲ 'ਚ ਜਾਂ ਅਜਾਇਬ ਘਰ, ਆਪਾਂ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜਾਂਦੇ ਹਾਂ, ਉੱਥੇ ਅਜਾਇਬ ਘਰ ਬਣਿਆ ਹੋਇਆ, ਹਰ ਮਹਾਂਪੁਰਖ ਦੀ, ਹਰ ਸ਼ਹੀਦ ਦੀ, ਹਰ ਜਿਹੜੇ ਵੀ ਸਿੱਖ ਹੋਏ ਆ ਮਹਾਨ, ਉਹਨਾਂ ਦੀਆਂ ਤਸਵੀਰਾਂ ਬਣਾ ਕੇ ਇੱਥੇ ਲਗਾਈਆਂ ਹੋਈਆਂ ਬਕਾਇਦਾ, ਤੇ ਉਹਨਾਂ ਨੂੰ ਸੰਗਤ ਦੂਰੋਂ ਦੂਰੋਂ ਦੇਖਦੀ ਵੀ ਆ। ਪਰ ਆਪਾਂ ਦੇਖਦੇ ਹਾਂ ਇਸ ਗੁਰਦੁਆਰੇ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਕੋਈ ਤਸਵੀਰ ਨਹੀਂ ਹੈ, ਤੇ ਉਸ ਤਸਵੀਰ ਦਾ ਪੂਜਨ ਵੀ ਨਹੀਂ ਕਰਨਾ। ਇਹ ਵੀ ਗੱਲ ਖਾਸ ਕਰਕੇ ਲਿਖੀ ਹੈ ਕਿ ਉਸ ਤਸਵੀਰ ਦਾ ਪੂਜਨ ਨਹੀਂ ਕਰਨਾ, ਭਾਵ ਉਹਨੂੰ ਮੱਥਾ ਨਹੀਂ ਟੇਕਣਾ। ਉਹ ਤਸਵੀਰ ਇੱਕ ਯਾਦ ਵਾਸਤੇ ਲਗਾਈ ਹੁੰਦੀ ਹੈ ਕਿ ਹਾਂ ਇਹ ਸਾਡਾ ਕੋਈ ਵੱਡ ਵਡੇਰਾ ਹੋਇਆ ਜਿਹਨੇ ਕੋਈ ਖਾਸ ਕਾਰਜ ਕੀਤਾ, ਜਿਵੇਂ ਬਾਬਾ ਦੀਪ ਸਿੰਘ ਜੀ ਹੋਏ ਆ, ਉਹਨਾਂ ਨੇ ਬੜਾ ਵਿਸ਼ੇਸ਼ ਕਾਰਜ ਕੀਤਾ। ਇਸ ਕਰਕੇ ਉਹਨਾਂ ਦਾ ਸਤਿਕਾਰ ਤੇ ਉਹਨਾਂ ਦੇ ਪ੍ਰਤੀ ਭਾਵਨਾ ਸਾਡੇ ਮਨ ਵਿੱਚ ਹੈ। ਇਹ ਯਾਦ ਰੱਖਣ ਲਈ ਅਸੀਂ ਉਹਨਾਂ ਦੀ ਤਸਵੀਰ ਲਾਉਂਦੇ ਹਾਂ, ਪਰ ਉਹਨੂੰ ਤਸਵੀਰ ਨੂੰ ਅਸੀਂ ਜਿਹੜਾ ਹੈ ਨਾ, ਇਹ ਨਹੀਂ ਕਰਨਾ ਕਿ ਉਸ ਤਸਵੀਰ ਦੇ ਅਸੀਂ ਮੱਥਾ ਟੇਕਣਾ ਜਾਂ ਉਸ ਤਸਵੀਰ ਨੂੰ ਅਸੀਂ ਮੰਨਣਾ। ਇਹ ਨਹੀਂ, ਕਿਉਂਕਿ ਅਕਾਲ ਪੁਰਖ ਜਿਹੜਾ ਹੈ ਉਹ ਅਪਰੰਪਾਰ ਹੈ ਤੇ ਉਹਦੀ ਕੋਈ ਵੀ ਤਸਵੀਰ ਨਹੀਂ। ਹਾਂਜੀ, ਅੱਗੇ ਆ ਜਾਓ। ਉਸ ਤੋਂ ਬਾਅਦ ਨੰਬਰ ਖੱਖਾ ਨੰਬਰ ਆਪ ਜੀ ਦੇਖ ਰਹੇ ਹੋ। ਮੈਂ ਫਿਰ ਮਿਊਟ ਕਰਦਾ, ਸੰਗਤ ਕੁਝ ਨਾ ਅਨਮਿਊਟ ਹੋ ਜਾਂਦੀ ਹੈ ਤੇ ਫਿਰ ਕਲਾਸ ਵਿੱਚੋਂ ਹੀ ਡਿਸਟਰਬ ਹੋ ਜਾਂਦੀ ਹੈ। ਸੋ ਇਹ ਖਾਸ ਕਰਕੇ ਆਪ ਜੀ ਜੋ ਰੋਜ਼ ਕਲਾਸ ਲਵਾਉਣ ਵਾਲੇ, ਉਹਨਾਂ ਨੂੰ ਤੇ ਇਸ ਗੱਲ ਦਾ ਇਲਮ ਹੈ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਕਲਾਸ ਜਿਹੜੀ ਹੈ ਉਹਨੂੰ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ। ਸੋ ਬੇਨਤੀ ਹੈ ਕਿ ਇਸ ਗੱਲ ਵੱਲ ਖਾਸ ਧਿਆਨ ਦਿੱਤਾ ਜਾਵੇ ਕਿ ਆਪਣੇ ਆਪ ਨੂੰ ਮਿਊਟ ਕਰ ਲਿਆ ਕਰੋ। ਸੋ ਖੱਖਾ ਨੰਬਰ ਆਪ ਜੀ ਦੇ ਸਾਹਮਣੇ ਹੈ। ਇੱਕ ਥਾਂ ਤੋਂ ਦੂਜੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣ ਵੇਲੇ ਅਰਦਾਸ ਕਰਨੀ ਚਾਹੀਏ। ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਦੇਖਦੇ ਹਾਂ, ਜਦੋਂ ਅਸੀਂ ਪ੍ਰਕਾਸ਼ ਕਰਨਾ ਹੁੰਦਾ ਹੈ ਉਸ ਵੇਲੇ ਵੀ ਗ੍ਰੰਥੀ ਸਿੰਘ ਜਿਹੜਾ ਅਰਦਾਸ ਕਰਦਾ ਹੈ। ਫਿਰ ਜਦੋਂ ਸੁੱਖ ਆਸਣ ਤੋਂ ਅਸੀਂ ਗੁਰੂ ਸਾਹਿਬ ਦਾ ਸਰੂਪ ਪੀੜਾ ਸਾਹਿਬ ਤੇ ਲੈ ਕੇ ਆਉਂਦੇ, ਉਦੋਂ ਵੀ ਅਰਦਾਸ ਹੁੰਦੀ ਹੈ। ਫਿਰ ਜਦੋਂ ਪੀੜਾ ਸਾਹਿਬ ਤੋਂ ਸੁੱਖ ਆਸਣ 'ਚ ਲੈ ਕੇ ਜਾਂਦੇ, ਉਦੋਂ ਵੀ ਅਰਦਾਸ ਹੁੰਦੀ ਹੈ।
ਫਿਰ ਉਸ ਤੋਂ ਬਾਅਦ ਜਦੋਂ ਕਿਸੇ ਦੇ ਘਰ ਵਿਖੇ ਕੋਈ ਪ੍ਰੋਗਰਾਮ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾਂਦੇ ਆ, ਉਸ ਵੇਲੇ ਵੀ ਅਰਦਾਸ ਹੁੰਦੀ ਹੈ। ਅਰਦਾਸ ਕਰਨੀ ਜ਼ਰੂਰੀ ਹੈ। ਪੰਥ ਨੇ ਕਿਹਾ ਇੱਕ ਥਾਂ ਤੋਂ ਦੂਜੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾਣ ਵੇਲੇ ਅਰਦਾਸ ਜ਼ਰੂਰੀ ਕਰਨੀ ਹੈ। ਜਿਸ ਨੇ ਸਿਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੁੱਕਿਆ ਹੋਵੇ ਉਹ ਨੰਗੇ ਪੈਰੀ ਚੱਲੇ। ਪਹਿਲੀ ਗੱਲ ਇਹ ਹੈ ਕਿ ਜਿਨੇ ਆਪਣੇ ਸਿਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੁੱਕਿਆ, ਉਹ ਮਨੁੱਖ ਨੰਗੇ ਪੈਰੀ ਚੱਲੇ। ਪਹਿਲੀ ਗੱਲ ਤੇ ਪੰਜ ਪਿਆਰੇ, ਪੰਜ ਸਿੰਘ ਜਾਂਦੇ ਆ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੈ, ਤੇ ਨੰਗੇ ਪੈਰੀ ਚੱਲਣ। ਜੇ ਖਾਸ ਕਰਕੇ ਜਗ੍ਹਾ ਸਾਫ਼ ਹੈ, ਆਉਣ ਜਾਣ ਦੇ ਲਈ ਢੁਕਵੀਂ ਜਗ੍ਹਾ ਹੈ, ਵਧੀਆ ਹੈ, ਫਿਰ ਤੇ ਨੰਗੇ ਪੈਰੀ ਚੱਲਣ ਸਾਰੇ। ਫਿਰ ਅੱਗੇ ਪੰਥ ਨੇ ਲਿਖਿਆ ਕਿ ਪਰ ਜੇਕਰ ਕਿਸੇ ਮੌਕੇ ਜੋੜੇ ਪਾਉਣ ਦੀ ਅੱਤ ਲੋੜ ਪੈ ਜਾਵੇ ਤਾਂ ਭਰਮ ਨਹੀਂ ਕਰਨਾ। ਹੁਣ ਇਸ ਪੰਕਤੀਆਂ ਦਾ ਅਰਥ ਇਹ ਬਣਦਾ ਹੈ ਕਿ ਜਿਵੇਂ ਕਈ ਵਾਰੀ ਕੀ ਹੁੰਦਾ ਹੈ ਕਿ ਠੰਡ ਬੜੀ ਹੁੰਦੀ ਹੈ ਹਨਾ, ਮੌਸਮ ਪੰਜਾਬ ਦੇ ਵਿੱਚ ਸਰਦੀਆਂ 'ਚ ਮੌਸਮ ਜਿਹੜਾ ਬੜਾ ਠੰਡਾ ਹੋ ਜਾਂਦਾ ਹੈ, ਤੇ ਪੈਦਲ ਤੁਰਨਾ ਵੀ ਜਿਹੜਾ ਪੈਰ ਸੁੰਨ ਕਰਦਾ। ਉਸ ਸਮੇਂ ਜਿਹੜਾ ਇਹ ਜ਼ਰੂਰੀ ਹੋ ਜਾਂਦਾ ਕਿ ਤੁਸੀਂ ਜੋੜਾ ਪਾ ਸਕਦੇ ਹੋ, ਇਹਦੇ ਵਿੱਚ ਕੋਈ ਭਰਮ ਨਹੀਂ ਕਰਨਾ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਾਂ ਕਿਸੇ ਹੋਰ ਜਗ੍ਹਾ ਲੈ ਕੇ ਜਾਣਾ, ਜਾਂ ਕਹਿ ਲਓ ਕਿ ਅਸੀਂ ਪੈਦਲ ਜਾ ਰਹੇ ਹਾਂ ਤੇ ਰਸਤੇ ਵਿੱਚ ਕੰਢੇ ਹਨ ਹਨਾ, ਉਸ ਸਮੇਂ ਵੀ ਤੁਸੀਂ ਜਿਹੜਾ ਆ ਪੈਰਾਂ ਦੇ ਵਿੱਚ ਜੋੜਾ ਪਾ ਸਕਦੇ ਹੋ, ਇਹਦਾ ਕੋਈ ਭਰਮ ਨਹੀਂ ਕਰਨਾ। ਫਿਰ ਉਸ ਤੋਂ ਬਾਅਦ ਕੋਈ ਜਗ੍ਹਾਵਾਂ ਐਸੀਆਂ ਹੁੰਦੀਆਂ ਜਿਸ ਜਗ੍ਹਾ ਦੇ ਉੱਤੇ ਅਸੀਂ ਜੋੜਾ ਪਾ ਕੇ ਹੀ ਜਾ ਸਕਦੇ ਹਾਂ। ਉਹਨਾਂ ਜਗ੍ਹਾ ਦੇ ਤੇ ਜਿਵੇਂ ਆਪਾਂ ਤੁਸੀਂ ਵੇਖਿਆ ਹੋਏਗਾ ਫੌਜੀ ਵੀਰ ਜੋ ਹਨ, ਉਹਨਾਂ ਦੇ ਕੋਲ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੁੰਦੇ ਆ, ਤੇ ਉਹ ਜਦੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਂਦੇ, ਉਹ ਆਪਣੀ ਵਰਦੀ ਦੇ ਵਿੱਚ ਤਿਆਰ ਬਰ ਤਿਆਰ ਹੁੰਦੇ ਆ, ਤੇ ਉਹਨਾਂ ਨੇ ਉਸ ਸਮੇਂ ਆਪਣੇ ਜਿਹੜੇ ਬੂਟ ਉਹ ਕੱਸੇ ਹੁੰਦੇ ਆ, ਪਾਏ ਹੁੰਦੇ ਆ, ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਸੇ ਤਰ੍ਹਾਂ ਹੀ ਆਪਣੇ ਸਿਰ ਤੇ ਰੱਖ ਕੇ ਲੈ ਜਾਂਦੇ ਆ। ਸੋ ਕਹਿਣ ਤੋਂ ਭਾਵ ਕਿ ਜੇ ਬਹੁਤ ਜ਼ਿਆਦਾ ਜ਼ਰੂਰਤ ਹੈ ਫਿਰ ਭਰਮ ਨਹੀਂ ਕਰਨਾ। ਹਾਂ, ਪੈਰੀ ਨੰਗੇ ਚੱਲਣਾ ਹੈ ਜਦੋਂ ਤੁਹਾਡੇ ਲਈ ਜਗ੍ਹਾ ਸਾਫ਼ ਹੈ, ਅਗਲੇ ਪਾਸੇ ਧੂੜ ਮਿੱਟੀ ਨਹੀਂ ਹੈ, ਗਲੀ ਸਾਫ਼ ਹੈ, ਸੜਕ ਸਾਫ਼ ਹੈ, ਫਿਰ ਤੁਸੀਂ ਨੰਗੇ ਪੈਰੀ ਚੱਲੋ। ਪਰ ਜੇ ਤੁਹਾਨੂੰ ਲੱਗਦਾ ਕਿ ਜਗ੍ਹਾ ਸਾਫ਼ ਨਹੀਂ ਹੈ, ਪੈਰਾਂ ਦੇ ਵਿੱਚ ਕੰਡੇ ਚੁਭਣ ਦਾ ਡਰ ਹੈ, ਜਾਂ ਮੌਸਮ ਠੰਡਾ ਜ਼ਿਆਦਾ ਹੈ, ਜਾਂ ਧੁੱਪ ਜ਼ਿਆਦਾ ਲੱਗੀ ਹੋਈ ਹੈ ਤੇ ਪੈਰ ਸੜਨ ਦਾ ਡਰ ਹੈ, ਉਸ ਸਮੇਂ ਜਿਹੜਾ ਭਰਮ ਨਹੀਂ ਕਰਨਾ, ਜੋੜਾ ਸਿੱਖ ਨੇ ਪਹਿਨ ਲੈਣਾ। ਨੰਬਰ ਗੱਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸਾ ਸੋਧ ਕੇ ਪ੍ਰਕਾਸ਼ ਕੀਤਾ ਜਾਵੇ। ਪ੍ਰਕਾਸ਼ ਕਰਨ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਸ਼ਬਦ ਦਾ ਵਾਕ ਲਿਆ ਜਾਵੇ। ਹੁਣ ਸਾਧ ਸੰਗਤ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਸੇ ਦੇ ਗ੍ਰਹਿ ਵਿਖੇ ਜਾਂ ਅਸੀਂ ਸੁੱਖ ਆਸਣ ਤੋਂ ਮੰਜੀ ਸਾਹਿਬ ਲੈ ਕੇ ਆਂਦਾ, ਅਰਦਾਸ ਕਰਕੇ ਲੈ ਕੇ ਆਏ ਆ, ਤੇ ਫਿਰ ਆਪਾਂ ਅਰਦਾਸਾ ਸੋਧ ਕੇ ਪ੍ਰਕਾਸ਼ ਕਰਨਾ ਹੈ ਕਿ ਗੁਰੂ ਸਾਹਿਬ ਜੀ ਆਪ ਜੀ ਹੁਣ ਪ੍ਰਕਾਸ਼ਮਾਨ ਹੋਰ ਕਰਕੇ ਉਹ ਮੁੱਖ ਵਾਕ ਦੀ ਬਖਸ਼ਿਸ਼ ਕਰੋ। ਅਰਦਾਸ ਕਰਕੇ ਪ੍ਰਕਾਸ਼ ਕਰਨਾ ਹੈ, ਤੇ ਫਿਰ ਜਿਹੜੀ ਰਸਤੇ ਦੀ ਭੁੱਲ ਚੁੱਕ ਦੀ ਖਿਮਾ ਉਹ ਵੀ ਮੰਗ ਲੈਣੀ ਆ। ਤੇ ਫਿਰ ਪ੍ਰਕਾਸ਼ ਕਰਨ ਤੋਂ ਬਾਅਦ ਇੱਕ ਸ਼ਬਦ ਦਾ ਵਾਕ ਜਿਹੜਾ ਉਹ ਲਿਆ ਜਾਵੇ। ਇਹ ਗੱਲ ਪੰਥ ਨੇ ਇੱਥੇ ਕੀਤੀ ਹੈ ਕਿ ਸਭ ਤੋਂ ਪਹਿਲਾਂ ਅਰਦਾਸਾ ਸੋਧ ਕੇ ਹੀ ਪ੍ਰਕਾਸ਼ ਕੀਤਾ ਜਾਵੇ, ਤੇ ਫਿਰ ਪ੍ਰਕਾਸ਼ ਕਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇੱਕ ਸ਼ਬਦ ਦਾ ਜਿਹੜਾ ਵਾਕ ਹੈ, ਮੁੱਖ ਵਾਕ ਜਿਹਨੂੰ ਕਹਿੰਦੇ ਆ, ਉਹ ਲਿਆ ਜਾਵੇ। ਉਸ ਤੋਂ ਬਾਅਦ ਫਿਰ ਅਰਦਾਸ ਕਰਕੇ ਸ਼੍ਰੀ ਸੁਖਮਨੀ ਸਾਹਿਬ ਦਾ ਜਾਪ ਜਾਂ ਪੰਜ ਬਾਣੀਆਂ ਦਾ ਜਾਪ ਜਿਹੜਾ ਅਸੀਂ ਆਰੰਭ ਕਰਦੇ ਹਾਂ, ਉਹ ਬਾਅਦ ਵਿੱਚ ਜਿਹੜਾ ਆਰੰਭ ਕੀਤਾ ਜਾਵੇ। ਇਹ ਗੱਲ ਪੰਥ ਨੇ ਇੱਥੇ ਆਖੀ ਹੈ। ਇਸ ਤੋਂ ਅੱਗੇ ਆਪ ਜੀ ਹੁਣ ਹਾਂਜੀ, ਆਪ ਜੀ ਦੇ ਸਾਹਮਣੇ ਘੱਗਾ ਨੰਬਰ ਆ ਗਿਆ ਹੈ ਜੀ। ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆਵੇ, ਭਾਵੇਂ ਅੱਗੇ ਪ੍ਰਕਾਸ਼ ਹੋਇਆ ਹੋਵੇ ਜਾਂ ਨਾ, ਹਰ ਇੱਕ ਸਿੱਖ ਨੂੰ ਸਨਮਾਨ ਲਈ ਉੱਠ ਕੇ ਖਲੋਣਾ ਚਾਹੀਏ। ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰਦੁਆਰਾ ਸਾਹਿਬ ਹੈ, ਤੇ ਕਿਸੇ ਦੇ ਘਰ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਾਂ ਲੈ ਕੇ ਗਏ ਆ, ਫਿਰ ਉਸ ਤੋਂ ਬਾਅਦ ਜਦੋਂ ਗੁਰਦੁਆਰਾ ਸਾਹਿਬ ਵਾਪਸ ਆਉਣਾ ਹੈ, ਤੇ ਉਸ ਸਮੇਂ ਜੇ ਅੱਗੇ ਪ੍ਰਕਾਸ਼ ਹੈ ਜਾਂ ਨਹੀਂ ਹੈ, ਫਿਰ ਵੀ ਸੰਗਤ ਨੇ ਸਨਮਾਨ ਦੇ ਲਈ ਜੋ ਸਰੂਪ ਬਾਹਰੋਂ ਆਇਆ ਹੈ, ਉਹਦੇ ਅਦਬ ਦੇ ਲਈ ਅਸੀਂ ਖੜੇ ਹੋਣਾ ਹੈ। ਇਹ ਜ਼ਰੂਰੀ ਹੈ। ਗੰਗਾ ਅੱਗੇ ਆ ਗਈ, ਗੰਗਾ ਪਹਿਰਾ। ਗੁਰਦੁਆਰੇ ਅੰਦਰ ਜਾਣ ਲੱਗਿਆਂ ਜੋੜੇ ਬਾਹਰ ਲਾ ਕੇ ਸੁਥਰਾ ਹੋ ਕੇ ਜਾਣਾ ਚਾਹੀਏ। ਜੇ ਪੈਰ ਮੈਲੇ ਜਾਂ ਗੰਦੇ ਹੋਣ ਤਾਂ ਜਾਲ ਨਾਲ ਧੋ ਲੈਣੇ ਚਾਹੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਥਵਾ
ਗੁਰਦੁਆਰੇ ਨੂੰ ਆਪਣੇ ਸੱਜੇ ਪਾਸੇ ਰੱਖ ਕੇ ਪਰਿਕਰਮਾ ਕਰਨੀ ਚਾਹੀਏ। ਸਾਧ ਸੰਗਤ ਹੁਣ ਸਭ ਤੋਂ ਪਹਿਲਾਂ ਕੀ ਹੈ ਕਿ ਗੁਰਦੁਆਰੇ ਦੇ ਅੰਦਰ ਆਪਾਂ ਜੋੜੇ ਲਾ ਕੇ ਜਾਂਦੇ, ਹਰ ਸਿੱਖ ਨੂੰ ਪਤਾ ਹੈ ਤੇ ਹਰ ਕਿਸੇ ਨੂੰ ਇਹ ਮਰਿਆਦਾ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈ, ਪਤਾ ਹੀ ਹੈ ਕਿ ਜੋੜੇ ਲਾ ਕੇ ਜਾਣਾ। ਫਿਰ ਉਸ ਤੋਂ ਬਾਅਦ ਕੀ ਹੈ ਕਿ ਆਪਣੇ ਜਿਹੜੇ ਪੈਰ ਉਹਨੂੰ ਜਲ ਦੇ ਨਾਲ ਧੋਣਾ ਹੈ, ਕਿਉਂਕਿ ਹਰ ਗੁਰਦੁਆਰੇ ਸਾਹਿਬ ਦੇ ਵਿੱਚ ਬਾਹਰ ਚਰਨ ਗੰਗਾ ਬਣੀ ਹੁੰਦੀ ਹੈ ਜਿਹਦੇ ਵਿੱਚ ਪੈਰ ਧੋਤੇ ਜਾਂਦੇ ਆ। ਇੱਥੇ ਆਪਾਂ ਕਈ ਵਾਰੀ ਕੀ ਹੈ ਕਿ ਕੁਝ ਸਿੱਖ ਭੁਲੇਖੇ ਦੇ ਨਾਲ ਜਾਂ ਬੇਸਮਝੀ ਦੇ ਨਾਲ ਉਸ ਜਲ ਦੇ ਵਿੱਚੋਂ ਛਕ ਵੀ ਲੈਂਦੇ ਆ। ਜਲ ਜੋ ਹੁੰਦਾ ਹੈ ਨਾ, ਜਲ ਚਰਨ ਗੰਗਾ ਵਾਲਾ, ਉਹਨੂੰ ਛਕਣਾ ਨਹੀਂ ਚਾਹੀਦਾ। ਉਹ ਸਿਰਫ ਪੈਰ ਧੋਣ ਵਾਸਤੇ ਹੁੰਦਾ ਹੈ ਕਿ ਜੋ ਸੰਗਤ ਬਾਹਰੋਂ ਆਈ ਹੈ, ਕਿਸੇ ਦੇ ਜੋੜਿਆਂ ਦੇ ਨਾਲ ਕੋਈ ਮਿੱਟੀ ਲੱਗੀ ਆ, ਗੰਦ ਲੱਗਾ ਹੈ, ਕੋਈ ਵੀ ਪੈਰ ਮੈਲੇ ਆ, ਉਹ ਫਿਰ ਉਹਦੇ ਵਿੱਚੋਂ ਧੋ ਕੇ ਗੁਰੂ ਸਾਹਿਬ ਦੇ ਲਈ ਜਾਂ ਜੋ ਗੁਰਦੁਆਰਾ ਸਾਹਿਬ ਜਾਣ ਵੇਲੇ ਉਹ ਪੈਰ ਧੋ ਕੇ ਜਾਵੇ, ਤਾਂ ਕਿ ਗੁਰਦੁਆਰੇ ਸਾਹਿਬ ਦੇ ਵਿੱਚ ਗੰਦਗੀ ਨਾ ਫੈਲੇ, ਸਫਾਈ ਰਵੇ। ਇਹ ਮਰਿਆਦਾ ਜਿਹੜੀ ਹੈ ਪੰਥ ਨੇ ਬਣਾਈ ਹੈ ਕਿ ਜੇ ਪੈਰ ਮੈਲੇ ਆ ਤੇ ਉਹਨੂੰ ਪੈਰਾਂ ਨੂੰ ਚੰਗੀ ਤਰ੍ਹਾਂ ਜਿਹੜਾ ਉਸ ਜਲ ਦੇ ਨਾਲ ਚਰਨ ਗੰਗਾ ਦੇ ਵਿੱਚ ਧੋ ਲਵੇ। ਹਾਂ, ਉਸ ਚਰਨ ਗੰਗਾ ਦਾ ਜਲ ਨਹੀਂ ਛਕਣਾ ਚਾਹੀਦਾ, ਇਹ ਖਾਸ ਕਰਕੇ ਆਪ ਜੀ ਨੇ ਧਿਆਨ ਦੇਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਥਵਾ ਗੁਰਦੁਆਰੇ ਨੂੰ ਆਪਣੇ ਸੱਜੇ ਪਾਸੇ ਰੱਖ ਕੇ ਪਰਿਕਰਮਾ ਕਰਨੀ ਚਾਹੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਸੱਜੇ ਪਾਸੇ ਰੱਖ ਕੇ ਪਰਿਕਰਮਾ ਜਿਹੜੀ ਉਹ ਸਿੱਖ ਨੇ ਕਰਨੀ ਹੈ। ਇਹ ਤੋਂ ਭਾਵ, ਪਰਿਕਰਮਾ ਕਰਨ ਤੋਂ ਭਾਵ ਹੁੰਦਾ ਹੈ ਕਿ ਅਸੀਂ ਗੁਰੂ ਨੂੰ ਸਮਰਪਿਤ ਹਾਂ, ਕਿ ਅਸੀਂ ਗੁਰੂ ਨੂੰ ਸਮਰਪਿਤ ਹਾਂ, ਤਾਂ ਕਰਕੇ ਅਸੀਂ ਪਰਿਕਰਮਾ ਕਰਦੇ। ਇਸ ਕਰਕੇ ਗੁਰੂ ਸਾਹਿਬ ਦੀ ਪਰਿਕਰਮਾ ਜਾਂ ਗੁਰਦੁਆਰੇ ਗਏ ਆ, ਗੁਰਦੁਆਰੇ ਸਾਹਿਬ ਦੀ ਪਰਿਕਰਮਾ ਸੱਜੇ ਪਾਸੇ ਰੱਖ ਕੇ ਕਰਨੀ ਚਾਹੀਦੀ ਹੈ। ਨੰਬਰ ਚੱਚਾ, ਗੁਰਦੁਆਰੇ ਅੰਦਰ ਦਰਸ਼ਨਾਂ ਲਈ ਜਾਣ ਲਈ ਕਿਸੇ ਦੇਸ਼, ਮਜ਼ਹਬ, ਜਾਤ ਵਾਲੇ ਨੂੰ ਮਨਾਹੀ ਨਹੀਂ। ਕਿਸੇ ਵੀ ਦੇਸ਼ ਦਾ ਮਨੁੱਖ ਹੋ ਸਕਦਾ ਹੈ ਤੇ ਕਿਸੇ ਵੀ ਮਜ਼ਹਬ ਦੇ ਨਾਲ ਉਹ ਸੰਬੰਧ ਰੱਖ ਸਕਦਾ ਹੈ। ਮਜ਼ਹਬ ਤੋਂ ਭਾਵ ਧਰਮ। ਮਜ਼ਹਬ ਹੁੰਦਾ ਹੈ ਜਿਹੜਾ ਇੱਥੇ ਸੰਸਾਰ ਤੇ ਜਿੰਨੇ ਵੀ ਧਰਮ ਹਨ, ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖ ਸਕਦਾ ਹੈ। ਉਹ ਮਨੁੱਖ ਕਿਸੇ ਵੀ ਦੇਸ਼ ਦੇ ਨਾਲ ਸੰਬੰਧ ਰੱਖ ਸਕਦਾ ਹੈ। ਫਿਰ ਉਹਦੀ ਜਾਤ ਕੋਈ ਵੀ ਹੋ ਸਕਦੀ ਹੈ, ਭਾਵੇਂ ਇੱਥੇ ਤੇ ਜਾਤ ਵੈ ਸਿੱਖਾਂ ਚ ਆਪਣੇ ਚ ਮੰਨੀ ਨਹੀਂ ਜਾਂਦੀ, ਪਰ ਜੋ ਲੋਕ ਇਸ ਜਗ੍ਹਾ ਦੇ ਉੱਤੇ ਬ੍ਰਾਹਮਣਵਾਦੀ ਜੋ ਚਾਰ ਬਣਾਏ ਹੋਏ ਆ ਨਾ ਵਰਨ, ਉਹਨਾਂ ਦੇ ਵਿੱਚ ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ, ਜਿਹੜੇ ਇਹ ਚਾਰ ਬਣਾਏ ਹੋਏ ਆ, ਇਹਨਾਂ ਦੇ ਵਿੱਚ ਕੋਈ ਵਿਤਕਰਾ ਨਹੀਂ, ਕਿਉਂਕਿ ਸਤਿਗੁਰਾਂ ਨੇ ਕਿਹਾ ਹੈ ਕਿ ਇਹਨਾਂ ਦੇ ਵਾਸਤੇ ਉਪਦੇਸ਼ ਸਾਂਝਾ ਹੈ। ਬ੍ਰਾਹਮਣ, ਖੱਤਰੀ, ਸੂਦ, ਵੈਸ਼, ਉਪਦੇਸ਼ ਚੌ ਵਰਨਾ ਕੋ ਸਾਂਝਾ। ਇਹ ਸਾਂਝਾ ਉਪਦੇਸ਼ ਹੈ ਸਭ ਵਾਸਤੇ। ਤੇ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ, ਜੇ ਕੋਈ ਵੀ ਜਾ ਸਕਦਾ ਹੈ, ਕਿਸੇ ਵੀ ਦੇਸ਼ ਦਾ ਹੋਵੇ, ਕਿਸੇ ਵੀ ਮਜ਼ਹਬ ਦਾ ਹੋਵੇ, ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦਾ ਹੋਵੇ, ਉਹਨੂੰ ਮਨਾਹੀ ਨਹੀਂ ਹੈ। ਪਰ ਉਸ ਦੇ ਪਾਸ ਸਿੱਖ ਧਰਮ ਤੋਂ ਵਰਜਿਤ ਤੰਬਾਕੂ ਆਦਿ ਕੋਈ ਚੀਜ਼ ਨਹੀਂ ਹੋਣੀ ਚਾਹੀਦੀ। ਜਿਹੜਾ ਮਨੁੱਖ ਦਰਸ਼ਨਾਂ ਵਾਸਤੇ ਗਿਆ ਹੈ, ਉਹਦੇ ਕੋਲ ਤੰਬਾਕੂ ਜਾਂ ਹੋਰ ਨਸ਼ੀਲੀ ਚੀਜ਼ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹ ਸਿੱਖ ਧਰਮ ਦੇ ਵਿੱਚ ਵਰਜਿਤ ਹੈ। ਮਨਾਹੀ ਕਿਸੇ ਨੂੰ ਨਹੀਂ ਆ, ਕੋਈ ਵੀ ਆ ਸਕਦਾ ਹੈ, ਪਰ ਜਿਹੜਾ ਆਵੇ ਉਹ ਇਸ ਗੱਲ ਦਾ ਧਿਆਨ ਜ਼ਰੂਰ ਰੱਖੇ ਕਿ ਉਸ ਕੋਲ ਕੋਈ ਨਸ਼ਾ ਨਾ ਹੋਵੇ, ਉਹ ਜਾਂ ਕੋਈ ਸ਼ਰਾਬ ਪੀ ਕੇ ਜਿਹੜਾ ਉਹ ਨਾ ਆਵੇ। ਇਹ ਗੱਲ ਦਾ ਧਿਆਨ ਗੁਰਦੁਆਰੇ ਜਾਣ ਲੱਗਿਆ ਉਹ ਮਨੁੱਖ ਰੱਖੇ। ਉਂਝ ਮਨਾਹੀ ਕਿਸੇ ਨੂੰ, ਭਾਵੇਂ ਉਹ ਕਿਸੇ ਵੀ ਦੇਸ਼ ਵਿੱਚੋਂ ਆਵੇ। ਇਸੇ ਕਰਕੇ ਗੁਰਦੁਆਰੇ ਸਾਹਿਬ ਦੇ 4 ਦਰਵਾਜ਼ੇ ਹੁੰਦੇ ਆ ਨਾ, ਤੇ ਕੋਈ ਵੀ ਆ ਸਕਦਾ ਹੈ। ਸਾਰਿਆਂ ਵਰਨਾਂ ਦੇ ਲਈ ਦਰਵਾਜ਼ੇ ਖੁੱਲੇ ਆ, ਜਦੋਂ ਕਿ ਕੁਝ ਧਰਮਾਂ ਦੇ ਅੰਦਰ ਜਿਹੜਾ ਹੈ ਸ਼ੂਦਰਾਂ ਨੂੰ ਮੰਦਿਰਾਂ ਦੇ ਅੰਦਰ ਜਿਹੜਾ ਐਂਟਰ ਨਹੀਂ ਹੋਣ ਦਿੱਤਾ ਜਾਂਦਾ, ਹਨਾ। ਤੇ ਇਸੇ ਤਰ੍ਹਾਂ ਹੋਰ ਕਈ ਐਸੇ ਧਰਮ ਹਨ ਜਿੱਥੇ ਇਸਤਰੀਆਂ ਨੂੰ ਜਿਹੜਾ ਵਰਜਿਤ ਹੈ ਆਉਣਾ। ਪਰ ਗੁਰੂ ਸਾਹਿਬ ਨੇ ਇੱਥੇ ਬਰਾਬਰਤਾ ਰੱਖੀ ਹੈ ਕਿ ਕੋਈ ਵੀ ਮਨੁੱਖ ਹੋਵੇ, ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜਦੋਂ ਕਰਤਾਰਪੁਰ ਸਾਹਿਬ ਵਿਖੇ ਉਪਦੇਸ਼ ਦੇਣਾ ਆਰੰਭ ਕੀਤਾ ਸੀ ਨਾ, ਜਦੋਂ ਸੰਗਤ ਦੀ ਮਰਿਆਦਾ ਆਰੰਭ ਕੀਤੀ ਸੀ, ਉਸ ਸਮੇਂ ਹੀ ਗੁਰੂ ਨਾਨਕ ਸਾਹਿਬ ਨੇ ਕਿਉਂਕਿ ਬੜੇ ਲੋਕ ਆਉਂਦੇ ਸਨ ਗੁਰੂ ਸਾਹਿਬ ਦੇ ਕੋਲ, ਉਹ ਬੜੇ ਧਰਮਾਂ ਦੇ ਨਾਲ ਸੰਬੰਧ ਰੱਖਦੇ ਸਨ, ਤੇ ਸਤਿਗੁਰਾਂ ਨੇ ਉਸ ਸਮੇਂ ਇਹ ਮਰਿਆਦਾ ਲਾਗੂ ਕਰ ਦਿੱਤੀ, ਭਾਵੇਂ ਉਹ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦਾ, ਉਹ ਗੁਰਦੁਆਰੇ ਆ ਕੇ ਉਪਦੇਸ਼ ਸੁਣ ਸਕਦਾ, ਉਪਦੇਸ਼ ਨੂੰ ਕਮਾ ਸਕਦਾ, ਉਹਦਾ ਭਲਾ ਹੋ ਜਾਵੇ। ਨੰਬਰ 6,
ਗੁਰਦੁਆਰੇ ਅੰਦਰ ਜਾ ਕੇ ਸਿੱਖ ਦਾ ਪਹਿਲਾ ਕਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ ਹੈ। ਉਪਰੰਤ ਗੁਰੂ ਰੂਪ ਸਾਧ ਸੰਗਤ ਦੇ ਦਰਸ਼ਨ ਕਰਕੇ ਸਹਿਜ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਜਾਵੇ। ਪਹਿਲਾਂ ਗੁਰਦੁਆਰਾ ਸਾਹਿਬ ਜਾਵੇ ਸਿੱਖ, ਮੱਥਾ ਟੇਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ, ਫਿਰ ਉਸ ਤੋਂ ਬਾਅਦ ਪਰਿਕਰਮਾ ਕਰਕੇ ਜਾਂ ਪਰਿਕਰਮਾ ਤੋਂ ਪਹਿਲਾਂ ਜਿਹੜੀ ਬੈਠੀ ਸਾਧ ਸੰਗਤ ਹੈ ਉਹਨੂੰ ਆਪਣੇ ਸਹਿਜ ਦੇ ਨਾਲ, ਉੱਚੀ ਸਾਰੀ ਨਹੀਂ, ਹੌਲੀ ਜਿਹੀ ਫਤਿਹ ਬੁਲਾ ਕੇ ਤੇ ਪਰਿਕਰਮਾ ਕਰਕੇ ਬੈਠ ਜਾਵੇ। ਇਸ ਤਰ੍ਹਾਂ ਸਿੱਖ ਦਾ ਜਿਹੜਾ ਇਹ ਕਰਮ ਹੈ ਗੁਰਦੁਆਰੇ ਦੇ ਅੰਦਰ। ਜੱਜਾ ਨੰਬਰ, ਸੰਗਤ ਵਿੱਚ ਬੈਠਣ ਲਈ ਵੀ ਸਿੱਖ ਅਸਿੱਖ, ਛੂਤ ਛਾਤ, ਜਾਤ ਪਾਤ, ਊਚ ਨੀਚ ਦਾ ਭਰਮ ਜਾਂ ਵਿਤਕਰਾ ਨਹੀਂ ਕਰਨਾ। ਕਿਸੇ ਤਰ੍ਹਾਂ ਦਾ ਕੋਈ ਭਰਮ, ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕਰਨਾ। ਗੁਰਦੁਆਰੇ ਸਾਹਿਬ ਦੇ ਵਿੱਚ ਕੋਈ ਉੱਚੀ ਜਾਤੀ ਦਾ ਹੈ, ਕੋਈ ਨੀਵੀਂ ਜਾਤੀ ਦਾ ਹੈ, ਕਿਸੇ ਦੀ ਜਾਤ ਨੀਵੀਂ ਹੈ, ਕਿਸੇ ਦੀ ਜਾਤ ਉੱਚੀ ਹੈ, ਇਸ ਗੱਲ ਦਾ ਭੁਲੇਖਾ ਮਨ ਚੋਂ ਕੱਢ ਦੇਣਾ ਚਾਹੀਦਾ, ਕਿਉਂਕਿ ਸੰਗਤ ਜਿਹੜੀ ਹੈ ਉਹ ਸਾਂਝੀ ਹੈ ਸਾਰਿਆਂ ਵਾਸਤੇ। ਸਤਿਗੁਰਾਂ ਨੇ ਇਹ ਭਰਮ ਭੁਲੇਖੇ ਜਿਹੜੇ ਆ ਮਿਟਾਏ ਆ ਕਿ ਕਿਸੇ ਤਰ੍ਹਾਂ ਦਾ ਸਿੱਖ ਨੇ ਕੋਈ ਵੀ ਭਰਮ ਜਿਹੜਾ ਉਹ ਨਹੀਂ ਕਰਨਾ, ਕਿਸੇ ਤਰ੍ਹਾਂ ਦੀ ਜਾਤ ਦਾ, ਕਿਸੇ ਤਰ੍ਹਾਂ ਦੀ ਕੋਈ ਛੂਤ ਛਾਤ ਦਾ ਕਿ ਇਹ ਉੱਚਾ ਹੈ ਮੈਂ ਇਹਦੇ ਲਾਗੇ ਨਹੀਂ ਬਹਿਣਾ, ਇਸ ਤਰ੍ਹਾਂ ਦਾ ਕੋਈ ਵੀ ਭਰਮ ਵਿਤਕਰਾ ਜਿਹੜਾ ਹੈ ਸੰਗਤ ਵਿੱਚ ਬੈਠ ਕੇ ਨਹੀਂ ਕਰਨਾ। ਉਸ ਤੋਂ ਅੱਗੇ ਆ ਜਾਓ ਜੀ, ਝੱਜਾ ਨੰਬਰ, ਕਿਸੇ ਮਨੁੱਖ ਦਾ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਜਾਂ ਸੰਗਤ ਵਿੱਚ ਗਦੈਲਾ, ਆਸਣ, ਕੁਰਸੀ, ਚੌਂਕੀ, ਮੰਜਾ ਆਦਿ ਲਾ ਕੇ ਬੈਠਣਾ ਜਾਂ ਕਿਸੇ ਹੋਰ ਵਿਤਕਰੇ ਨਾਲ ਬੈਠਣਾ ਮਨਮਤ ਹੈ। ਸਾਧ ਸੰਗਤ ਇਹ ਗੱਲ ਬੜੀ ਧਿਆਨ ਦੇਣ ਯੋਗ ਹੈ ਕਿ ਸਤਿਗੁਰੂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਨਾ, ਉਸ ਜਗ੍ਹਾ ਦੇ ਉੱਤੇ ਇਹ ਕਾਰਜ ਜਿਹੜਾ ਸਾਨੂੰ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਮਰਿਆਦਾ ਪੰਥ ਨੇ ਬਣਾਈ ਹੈ। ਪਰ ਮੈਂ ਦੱਸ ਦੇਵਾਂ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਇਹ ਮਰਿਆਦਾ ਨਿਭਾਈ ਹੈ, ਸਾਨੂੰ ਭੁੱਲ ਨਹੀਂ ਕਰਨੀ ਚਾਹੀਦੀ। ਗੁਰੂ ਅਰਜਨ ਦੇਵ ਜੀ ਤੋਂ ਵੱਡਾ ਕੌਣ ਹੈ? ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਨ੍ਹਾਂ ਦੀ ਸਭ ਤੋਂ ਵੱਧ ਬਾਣੀ ਆ, ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਪਰ ਜਦੋਂ ਸਤਿਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਸੀ ਨਾ, ਤੇ ਇੱਕ ਰਾਤ ਪਹਿਲਾਂ ਬਾਬਾ ਬੁੱਢਾ ਜੀ ਨੇ ਪੁੱਛਿਆ ਕਿ ਗੁਰੂ ਸਾਹਿਬ, ਗੁਰੂ ਅਰਜਨ ਦੇਵ ਜੀ, ਆਪ ਜੀ ਦਾ ਹੁਕਮ ਹੈ ਕਿ ਸਵੇਰੇ ਪ੍ਰਕਾਸ਼ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਇਸ ਵੇਲੇ ਹੁਣ ਆਪ ਜੀ ਨੇ ਰਚਨਾ ਕਰ ਦਿੱਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿੱਥੇ ਰੱਖੀਏ? ਤੇ ਸਤਿਗੁਰਾਂ ਨੇ ਕਿਹਾ ਸੀ ਕਿ ਜਿਸ ਜਗ੍ਹਾ ਦੇ ਉੱਤੇ ਅਸੀਂ ਆਰਾਮ ਕਰਦੇ ਸਾਂ, ਉਸ ਜਗ੍ਹਾ ਦੇ ਉੱਤੇ ਨਵੀਂ ਚਾਦਰ ਵਿਛਾ ਕੇ, ਸਾਫ਼ ਸਫਾਈ ਕਰਕੇ, ਗਦੇਲਾ ਨਵਾਂ ਲਾ ਕੇ ਉਸ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਹੈ ਸੁਖਾਸਨ ਕੀਤਾ ਜਾਵੇ। ਤੇ ਬਾਬਾ ਬੁੱਢਾ ਜੀ ਨੇ ਕਿਹਾ ਕਿ ਫਿਰ ਗੁਰੂ ਸਾਹਿਬ ਜੀ, ਆਪ ਜੀ ਕਿਸ ਜਗ੍ਹਾ ਦੇ ਉੱਤੇ ਆਰਾਮ ਕਰੋਗੇ? ਆਪ ਜੀ ਕਿਸ ਜਗ੍ਹਾ ਸੌਂਗੇ? ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਲੰਘਾ ਹੋਏਗਾ ਉਹਦੇ ਹੇਠਾਂ ਮੇਰੀ ਚਾਦਰ ਵਿਛਾ ਦਿਓ, ਮੈਂ ਉਸ ਜਗ੍ਹਾ ਦੇ ਉੱਤੇ ਸੌਵਾਂ। ਦੇਖੋ ਹੁਣ ਗੁਰੂ ਅਰਜਨ ਦੇਵ ਜੀ ਤੋਂ ਵੱਡਾ ਤੇ ਨਹੀਂ ਨਾ ਕੋਈ ਹੋ ਸਕਦਾ। ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ ਸਾਨੂੰ ਸਿਖਾਇਆ। ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੇਠਾਂ ਜਿਹੜੀ ਹੈ ਚਾਦਰ ਵਿਛਾ ਕੇ ਉੱਥੇ ਜਿਹੜਾ ਸਤਿਗੁਰੂ ਸੁੱਤੇ। ਅੱਜ ਵੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਆਪਾਂ ਜਾਂਦੇ ਆ ਨਾ, ਜਿਸ ਜਗ੍ਹਾ ਦੇ ਉੱਤੋਂ ਕੋਠਾ ਸਾਹਿਬ ਹੈ, ਜਿਸ ਜਗ੍ਹਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹਰਿਮੰਦਰ ਸਾਹਿਬ ਆਉਂਦਾ, ਉਸ ਜਗ੍ਹਾ ਦੇ ਉੱਤੇ ਹੇਠਾਂ ਗੁਰੂ ਅਰਜਨ ਦੇਵ ਜੀ ਦੇ ਨਾਮ ਦੀ ਇੱਕ ਜਿਹੜੀ ਹੈ ਚਾਦਰ ਉਹ ਵਿਛਾਈ ਜਾਂਦੀ। ਸੋ ਕਹਿਣ ਤੋਂ ਭਾਵ ਕਿ ਉਸ ਜਗ੍ਹਾ ਦੇ ਉੱਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉਸ ਜਗ੍ਹਾ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਗੱਦਾ ਸਥਾਪਨ ਨਹੀਂ ਕਰਨਾ। ਇੱਕ ਗੁਰਮੁਖ ਸਿੰਘ ਬੇਦੀ ਹੋਏ ਆ, ਤੇ ਉਹਨਾਂ ਨੇ ਬੇਦੀ ਕੁੱਲ ਦੇ ਸਨ, ਤੇ ਉਹਨਾਂ ਨੇ ਕਿਹਾ ਵੀ ਮੇਰੀ ਕੁੱਲ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੀ ਕੁੱਲ ਆ। ਉਹਨਾਂ ਨੇ ਕੀ ਕੀਤਾ ਕਿ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਗਦੇਲਾ ਲਾ ਲਿਆ। ਜਦੋਂ ਗਦੇਲਾ ਲਾਇਆ, ਸਿੱਖਾਂ ਨੂੰ ਪਤਾ ਲੱਗਾ, ਤੇ ਸਿੱਖਾਂ ਨੇ ਉਹ ਜਿਹੜਾ ਗਦੇਲਾ ਸੀ, ਸਣੇ ਗਦੇਲੇ ਨੂੰ ਚੁੱਕ ਕੇ ਬਾਹਰ ਮਾਰਿਆ। ਇਹ ਸਾਡੇ ਗੁਰੂ ਦਾ ਜਿਹੜਾ ਸਤਿਕਾਰ ਨਹੀਂ ਰਹਿੰਦਾ। ਇਸ ਕਰਕੇ ਇਹ ਭਾਵੇਂ ਕਿਸੇ ਖੱਤਰੀ ਕੁੱਲ ਦੇ ਨਾਲ, ਭਾਵੇਂ ਗੁਰੂ ਕੁੱਲ ਦੇ ਨਾਲ ਸੰਬੰਧ ਸੋਢੀ ਹੋਵੇ, ਭਾਵੇਂ ਤਰੇਣ ਹੋਵੇ, ਭਾਵੇਂ ਭੱਲਾ ਹੋਵੇ, ਕਿਸੇ ਵੀ ਗੋਤ ਦੇ ਨਾਲ, ਗੁਰੂ ਕੁੱਲ ਦੇ ਨਾਲ ਸੰਬੰਧ ਰੱਖਦਾ ਹੋਵੇ, ਉਹਦਾ ਗੱਦਾ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਲਾ ਸਕਦੇ। ਦੂਸਰੀ ਗੱਲ,
ਸਤਿਗੁਰਾਂ ਦੇ ਹਜ਼ੂਰ ਇੱਕ ਹੋਰ ਜਿਹੜੀ ਹੈ ਵਿਛਾਈ ਕੀਤੀ ਜਾਂਦੀ ਹੈ, ਜਿਸ ਜਗ੍ਹਾ ਦੇ ਉੱਤੇ ਰਾਗੀ ਸਿੰਘ ਜਾਂ ਕਥਾਵਾਚਕ ਸਿੰਘ ਬੈਠ ਕੇ ਕੀਰਤਨ ਕਰਦੇ ਆ ਤੇ ਜਾਂ ਕਥਾ ਵਿਚਾਰਾਂ ਕਰਦੇ ਆ, ਜਾਂ ਬਾਣੀ ਪੜ੍ਹਨ ਵੇਲੇ ਸੰਗਤ ਵਿੱਚੋਂ ਕੋਈ ਉੱਥੇ ਬੈਠ ਕੇ ਬਾਣੀ ਪੜ੍ਹਦਾ, ਉਹ ਜਗ੍ਹਾ ਦੇ ਉੱਤੇ ਵੀ ਆਪਾਂ ਸੋਹਣੀ ਵਿਛਾਈ ਕਰਦੇ ਹਾਂ। ਪਰ ਉਹ ਜਿਹੜੀ ਜਗ੍ਹਾ ਦੇ ਉੱਤੇ ਬੈਠਣ ਵਾਲਾ ਮਨੁੱਖ ਹੁੰਦਾ ਹੈ, ਉਹ ਮਨੁੱਖ ਗੁਰੂ ਦੀ ਗੱਲ ਸੁਣਾਉਂਦਾ ਹੈ, ਗੁਰੂ ਦੇ ਗੱਲ ਸੁਣਾਉਂਦਾ ਹੈ, ਗੁਰੂ ਦਾ ਕੀਰਤਨ ਕਰਦਾ ਹੈ। ਇਸ ਕਰਕੇ ਉਹਨੂੰ ਸਤਿਕਾਰ ਦੇਣ ਵਾਸਤੇ ਅਸੀਂ ਉਹ ਅਲੱਗ ਸਟੇਜ ਬਣਾ ਦਿੰਦੇ ਹਾਂ, ਜਾਂ ਵੱਖਰੀ ਉਹਦੇ ਵਾਸਤੇ ਇੱਕ ਦਰੀ ਜਿਹੜੀ ਉਹ ਵਿਛਾ ਦਿੰਦੇ ਹਾਂ। ਉਹਦਾ ਮਨੋਰਥ ਇਹ ਨਹੀਂ ਹੁੰਦਾ ਕਿ ਅਸੀਂ ਉਹ ਜਿਹੜਾ ਮਨੁੱਖ ਉੱਥੇ ਬੈਠ ਕੇ ਕਥਾ ਕਰਨ ਲੱਗਾ ਹੈ ਜਾਂ ਜਿਹੜਾ ਕੀਰਤਨ ਕਰਨ ਲੱਗੇ ਆ ਸਿੰਘ, ਉਹਨਾਂ ਦਾ ਇਹ ਮਨੋਰਥ ਨਹੀਂ ਹੁੰਦਾ ਕਿ ਉਹ ਗੁਰੂ ਨੂੰ ਨੀਵਾਂ ਵਿਖਾਉਣ, ਨਹੀਂ, ਉਹਨਾਂ ਦਾ ਮਨੋਰਥ ਹੁੰਦਾ ਕਿ ਗੁਰੂ ਦਾ ਜਸ ਗਾਉਣਾ। ਇਸ ਕਰਕੇ ਅਸੀਂ ਉਹ ਅਲੱਗ ਵਿਛਾਈ ਜਿਹੜੀ ਉਹਨਾਂ ਵਾਸਤੇ ਕਰਦੇ ਹਾਂ। ਪਰ ਜਿਹੜੇ ਅਸੀਂ ਗੁਰਦੁਆਰੇ ਦੇ ਵਿੱਚ ਕੀ ਹੁੰਦਾ ਹੈ ਕਿ ਉਸ ਜਗ੍ਹਾ ਦੇ ਉੱਤੇ ਅਲੱਗ ਕੁਰਸੀਆਂ ਲਗਾ ਦਿੱਤੀਆਂ ਜਾਂਦੀਆਂ ਹਨਾ, ਉਹਦਾ ਵੀ ਧਿਆਨ ਸਾਨੂੰ ਰੱਖਣ ਦੀ ਜਿਹੜੀ ਲੋੜ ਹੈ। ਹਾਂ, ਕਾਫੀ ਸੰਗਤ ਐਸੀ ਹੁੰਦੀ ਹੈ ਜਿਨ੍ਹਾਂ ਨੂੰ ਬੈਠਣ ਦੇ ਵਿੱਚ ਦਿੱਕਤ ਹੁੰਦੀ ਹੈ, ਪਰ ਸਾਨੂੰ ਪ੍ਰਬੰਧਕਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਕੋਈ ਐਸਾ ਤਰੀਕਾ ਲੱਭਿਆ ਜਾਵੇ, ਜਿਵੇਂ ਕਈ ਤੇ ਉੱਚੀਆਂ ਉੱਚੀਆਂ ਕੁਰਸੀਆਂ ਲਾ ਦਿੰਦੇ, ਕਈਆਂ ਨੇ ਛੋਟੇ ਛੋਟੇ ਪੀੜੇ ਰੱਖੇ ਹੁੰਦੇ, ਉਸ ਜਗ੍ਹਾ ਤੇ ਵੀ ਬੈਠਿਆ ਜਾ ਸਕਦਾ, ਉਹਨਾਂ ਛੋਟੇ ਛੋਟੇ ਪੀੜੀਆਂ ਤੇ ਵੀ ਬੈਠਿਆ ਜਾ ਸਕਦਾ। ਇੱਕ ਮੈਂ ਕਿਸੇ ਵਿਚਾਰਵਾਨ ਵਿਦਵਾਨ ਪੁਰਖ ਦੀ ਗੱਲ ਸੁਣਦਾ ਸੀ, ਉਹ ਕਹਿੰਦਾ ਕਿ ਮੈਨੂੰ ਇੱਕ ਔਰਤ ਮਿਲੀ, ਬਜ਼ੁਰਗ ਸੀ ਉਹ, ਤੇ ਉਹਨੇ ਆਪਣੇ ਸਿਰ ਦੇ ਉੱਤੇ ਮਹਿੰਦੀ ਲਾਈ ਹੋਈ ਸੀ, ਤੇ ਕਹਿੰਦੀ ਉਹਨੇ ਆਣ ਕੇ ਸਵਾਲ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਹੜੀਆਂ ਕੁਰਸੀਆਂ ਲਾਉਣੀਆਂ ਤੁਸੀਂ ਕਹਿੰਦੇ ਹੋ ਕਿ ਨਹੀਂ ਲਾਉਣੀਆਂ ਚਾਹੀਦੀਆਂ, ਤੇ ਜਿਹੜੇ ਬਜ਼ੁਰਗ ਆ ਉਹ ਕਿੱਥੇ ਜਾਣ, ਉਹਨਾਂ ਨੂੰ ਬੈਠਣ 'ਚ ਦਿੱਕਤ ਹੈ ਤੇ ਉਹ ਕਿੱਥੇ ਜਾਣ। ਤੇ ਉਹ ਬੜਾ ਸਿਆਣਾ ਸੀ, ਉਹਨੇ ਕਿਹਾ ਬੀਬੀ, ਜਿੰਨਾ ਚਿਰ ਅਸੀਂ ਆਪਣੀ ਬਜ਼ੁਰਗੀ ਨੂੰ ਸਮਝਦੇ ਨਹੀਂ ਆ ਤੇ ਉਹਨਾਂ ਚਿਰ ਅਸੀਂ ਕਾਹਦੇ ਬਜ਼ੁਰਗ। ਉਹ ਕਹਿੰਦੀ ਕੀ ਗੱਲ ਹੋਈ, ਕਹਿੰਦਾ ਕਿ ਤੂੰ ਆਪਣੇ ਵਾਲਾਂ ਨੂੰ ਮਹਿੰਦੀ ਲਾਈ ਹੋਈ ਆ, ਵਾਲ ਕਾਲੇ ਕੀਤੇ ਹੋਏ ਆ, ਜਦੋਂ ਤੂੰ ਇਹ ਮੰਨਣ ਲਈ ਨਹੀਂ ਮੰਨਦੀ ਨਹੀਂ ਆ ਕਿ ਮੈਂ ਬਜ਼ੁਰਗ ਆ, ਤੇ ਫਿਰ ਤੈਨੂੰ ਕੀ ਲੋੜ ਪੈ ਗਈ ਕੁਰਸੀ ਤੇ ਬਹਿਣ ਦੀ। ਜਦ ਤੂੰ ਇਹ ਗੱਲ ਮੰਨ ਕੇ ਮੈਂ ਬਜ਼ੁਰਗ ਆ ਤੇ ਮੈਨੂੰ ਬਹਿਣਾ ਚਾਹੀਦਾ, ਨਾਲੇ ਤੇ ਤੂੰ ਸਿਰ ਨੂੰ ਮਹਿੰਦੀ ਲਾ ਕੇ ਵਾਲ ਕਾਲੇ ਕੀਤੇ ਆ, ਤੇ ਤੈਨੂੰ ਇਹ ਕਿਵੇਂ ਭਰਮ ਪੈ ਗਿਆ ਕਿ ਮੈਂ ਕੁਰਸੀ ਦੇ ਉੱਤੇ ਬਵਾਂ, ਜਦੋਂ ਤੱਕ ਆਪਣੇ ਆਪ ਨੂੰ ਬਜ਼ੁਰਗ ਮੰਨਦੀ ਨਹੀਂ ਪਈ। ਇਸ ਕਰਕੇ ਕੁਝ ਲੋਕ ਐਸੇ ਹੁੰਦੇ ਆ ਜਿਹਨੇ ਬਿਨਾਂ ਵਜ੍ਹਾ ਕੁਰਸੀ ਮੱਲ ਕੇ ਗੁਰਦੁਆਰੇ ਦੇ ਵਿੱਚ ਬਹਿ ਜਾਂਦੇ। ਉਹਦੇ ਵਾਸਤੇ ਪ੍ਰਬੰਧਕਾਂ ਨੂੰ ਯੋਗ ਸਥਾਨ, ਯੋਗ ਜਿਹੜੀਆਂ ਗੱਲਾਂ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ। ਛੋਟੇ ਛੋਟੇ ਪੀੜੇ ਬਣਾ ਕੇ ਬਿਲਕੁਲ ਪਿੱਛੇ ਲਗਾ ਦੇਣੇ ਚਾਹੀਦੇ ਆ, ਤਾਂ ਕਿ ਉਹ ਸੰਗਤ ਵਿੱਚ ਬੈਠ ਵੀ ਜਾਣ ਤੇ ਜਿਹੜੀ ਗੱਲ ਹੈ ਗੁਰੂ ਦੀ ਉਹ ਵੀ ਸੁਣ ਸਕਣ। ਤੇ ਇਹਦੇ ਨਾਲ ਹੀ ਜਿਹੜੀ ਬਣਦਾ ਹੈ ਨਾ, ਜਿਹੜਾ ਹਾਂ ਆਪਣੇ ਸਰੀਰਕ ਤੌਰ ਤੇ ਸਵਸਥ ਹੈ, ਉਹਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ ਗੁਰੂ ਦਾ ਸਰਵਣ ਕਰੇ, ਇਹ ਉਹਦੇ ਵਾਸਤੇ ਜ਼ਰੂਰੀ ਹੈ। ਇਹ ਗੱਲ ਦਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਹੈ। ਸੋ ਇਹ ਬੜੀ ਵੱਡੀ ਗੱਲ ਹੈ, ਤਾਂ ਕਰਕੇ ਇਹਦੇ ਤੇ ਟਾਈਮ ਲਾਇਆ ਕਿ ਵੇਖਿਆ ਜਾਂਦਾ ਹੈ ਕਿ ਹਰ ਜਗ੍ਹਾ ਪੰਜਾਬ ਦੇ ਵਿੱਚ ਤੇ ਚਲੋ ਕੋਈ ਜਗ੍ਹਾ ਦੇ ਉੱਤੇ ਨਹੀਂ ਹੈ, ਪਰ ਇਹਨਾਂ ਜਦੋਂ ਅਸੀਂ ਬਾਹਰ ਆਉਂਦੇ ਪੰਜਾਬ ਤੋਂ ਤੇ ਉਹਨਾਂ ਜਗ੍ਹਾ ਦੇ ਉੱਤੇ ਇਹ ਜਿਹੜਾ ਕਾਰਜ ਆਮ ਹੀ ਵੇਖਣ ਨੂੰ ਦਿਖ ਜਾਂਦਾ ਹੈ। ਪਰ ਉਹਨਾਂ ਨੂੰ ਪ੍ਰਬੰਧਕਾਂ ਨੂੰ ਇਹ ਗੱਲ ਵੱਲ ਖਾਸ ਕਰਕੇ ਧਿਆਨ ਜਿਹੜਾ ਉਹ ਦੇਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਕੋਈ ਵੀ ਆਸਣ, ਕੁਰਸੀ, ਚੌਂਕੀ, ਮੰਜਾ ਆਦਿ ਲਾ ਕੇ ਬੈਠਣਾ ਜਾਂ ਵਿਤਕਰੇ ਦੇ ਨਾਲ ਮਤਲਬ ਵੱਖਰਾ ਹੋ ਕੇ ਬਹਿਣਾ ਕਿ ਮੈਂ ਬੜਾ ਵੱਡਾ, ਉਹ ਜਿਹੜਾ ਵਿਤਕਰਾ ਜਿਹੜਾ ਨਹੀਂ ਹੋਣਾ ਚਾਹੀਦਾ। ਅੱਗੇ ਆ ਜਾਓ, ਨਈਆਂ ਸ਼ਬਦ, ਨਈਏ ਵਾਲਾ ਜਿਹੜਾ ਪਹਿਰਾ ਹੈ ਉਹ ਆਰੰਭ ਹੋਣ ਲੱਗਾ। ਸੰਗਤ ਦੇ ਵਿੱਚ ਜਾਂ ਵਾਹਿਗੁਰੂ, ਮੈਂ ਕਿਹਾ ਸੰਗਤ ਵੇਖ ਲਾ ਕਿੰਨੀ ਕੁ ਜੁੜ ਗਈ ਹੈ, ਔਰ ਠੀਕ ਹੈ ਜੀ। ਹਾਂਜੀ, ਨਈਆਂ ਸ਼ਬਦ, ਨਈਏ ਵਾਲਾ ਪਹਿਰਾ। ਸੰਗਤ ਦੇ ਵਿੱਚ ਜਾਂ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਕਿਸੇ ਸਿੱਖ ਨੂੰ ਨੰਗੇ ਸਿਰ ਨਹੀਂ ਬੈਠਣਾ ਚਾਹੀਦਾ। ਸੰਗਤ ਵਿੱਚ ਸਿੱਖ ਇਸਤਰੀਆਂ ਲਈ ਪਰਦਾ ਕਰਨਾ ਜਾਂ ਘੁੰਡ ਕੱਢਣਾ ਗੁਰਮਤਿ ਵਿਰੁੱਧ ਹੈ। ਸੰਗਤ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ, ਇਹ ਸਾਡਾ ਗੁਰਮਤਿ ਦਾ ਇੱਕ ਸਿਧਾਂਤ ਹੈ ਕਿ ਅਸੀਂ ਸਿਰ ਨੰਗਾ ਨਹੀਂ ਰੱਖਣਾ, ਆਪਣੇ ਸਿਰ ਨੂੰ ਨੰਗਾ ਨਹੀਂ ਰੱਖਣਾ, ਕਿਉਂਕਿ ਗੁਰੂ ਦਾ ਅਦਬ ਰੱਖਣ ਵਾਸਤੇ ਸਾਨੂੰ ਆਪਣਾ ਸਿਰ ਜਿਹੜਾ ਉਹਨੂੰ ਕੱਜ ਕੇ ਰੱਖਣਾ ਚਾਹੀਦਾ, ਢੱਕ ਕੇ ਰੱਖਣਾ ਚਾਹੀਦਾ। ਮੈਂ ਸ਼ਬਦ ਕੱਜ ਕੇ ਵਰਤਿਆ, ਕੱਜਣਾ ਸ਼ਬਦ ਬੜਾ ਪੁਰਾਣਾ ਤੇ ਸਾਡਾ ਮਹਿੰਗਾ ਸ਼ਬਦ ਹੈ, ਅੱਜ ਕੱਲ੍ਹ ਇਹ ਖਤਮ ਹੋ ਰਿਹਾ। ਇਹਨੂੰ ਥੋੜਾ ਜਿਹਾ ਆਪ ਜੀ ਨੇ ਫਿਰ ਵਿਚਾਰ ਕੇ ਤੇ ਇਹਨੂੰ ਕੋਸ਼ਿਸ਼ ਕਰਨਾ ਕਿ ਸ਼ਬਦ ਦੀ ਜਿਉਂਦਾ ਰਹੇ। ਕੱਜਣਾ ਸ਼ਬਦ, ਆਪਣੇ ਸਿਰ ਨੂੰ ਢੱਕਣਾ।
ਢੱਕ ਕੇ ਰੱਖਣਾ, ਕਿਉਂਕਿ ਸਾਡੀ ਗੁਰਮਤਿ ਦੀ ਇਹ ਮਰਿਆਦਾ ਹੈ ਕਿ ਭਾਵੇਂ ਇਸਤਰੀ ਹੈ ਭਾਵੇਂ ਪੁਰਸ਼ ਹੈ, ਉਹਨੇ ਆਪਣੇ ਸਿਰ ਨੂੰ ਢੱਕ ਕੇ ਰੱਖਣਾ। ਜੇ ਇਸਤਰੀ ਹੈ ਭਾਵੇਂ ਉਹ ਚੁੰਨੀ ਨਾਲ ਢੱਕ ਲਵੇ ਤੇ ਭਾਵੇਂ ਉਹ ਦੁਮਾਲਾ ਸਜਾਉਂਦੀ ਹੈ ਤੇ ਕੋਈ ਗੱਲ ਨਹੀਂ। ਤੇ ਜਿਹੜਾ ਸਿੱਖ ਹੈ ਉਹਨੇ ਆਪਣੇ ਸਿਰ ਦੇ ਉੱਤੇ ਪਗੜੀ ਬੰਨ੍ਹ ਕੇ ਜਿਹੜੀ ਰੱਖਣੀ, ਇਹ ਜ਼ਰੂਰੀ ਹੈ। ਫਿਰ ਉਸ ਤੋਂ ਬਾਅਦ ਇਸਤਰੀ ਨੇ ਘੁੰਡ ਨਹੀਂ ਕੱਢਣਾ। ਇਹ ਸ਼ਬਦ ਜਿਹੜੇ ਵਰਤੇ ਆ ਕਿ ਘੁੰਡ ਜਿਹੜੀ ਪ੍ਰਥਾ ਆ ਉਹ ਗੁਰੂ ਅਮਰਦਾਸ ਜੀ ਨੇ ਖਤਮ ਕਰ ਦਿੱਤੀ ਸੀ, ਕਿਉਂਕਿ ਬਰਾਬਰਤਾ ਹੈ ਇੱਥੇ। ਕਿ ਇਹ ਨਹੀਂ ਕਿ ਇਸਤਰੀ ਨੂੰ, ਕਿਉਂਕਿ ਕਿਹਾ ਜਾਂਦਾ ਸੀ ਨਾ ਕਿ ਇਸਤਰੀ ਤੇ ਢੋਰ ਜਿਹੜੇ ਆ ਉਹ ਪਰਦੇ ਦੇ ਅਧਿਕਾਰੀ ਹਨ, ਪਰ ਸਤਿਗੁਰਾਂ ਨੇ ਕਿਹਾ ਨਹੀਂ, ਇਹਨਾਂ ਨੂੰ ਬਰਾਬਰ ਦਾ ਹੱਕ ਹੈ, ਇਹ ਬਰਾਬਰ ਹਨ। ਇਸ ਕਰਕੇ ਗੁਰੂ ਅਮਰਦਾਸ ਜੀ ਨੇ ਪਰਦਾ ਜਿਹੜਾ ਸੀ ਰੱਖਣ ਦੀ ਮਰਿਆਦਾ ਨੂੰ ਖਤਮ ਕਰ ਦਿੱਤਾ। ਸਤਿਗੁਰਾਂ ਨੇ ਕਿਹਾ ਪਰਦਾ ਨਹੀਂ ਰੱਖੇਗਾ ਸਿੱਖ। ਸਿੱਖ ਇਸਤਰੀ ਜਿਹੜੀ ਹੈ ਸਿਰ ਦੇ ਉੱਤੇ ਕੱਪੜਾ ਜ਼ਰੂਰ ਰੱਖੇਗੀ, ਪਰ ਪਰਦੇ ਵਾਲਾ ਜਿਹੜਾ ਸਿਸਟਮ ਆ ਉਹ ਸਿੱਖ ਧਰਮ ਦੇ ਵਿੱਚ ਅਲਾਓ ਨਹੀਂ ਆ। ਭਾਵੇਂ ਕਿ ਕਈ ਬਜ਼ੁਰਗ ਕਹਿ ਦਿੰਦੇ ਆ ਕਿ ਹਾਂ ਆਪਣੀਆਂ ਇਸਤਰੀ ਨੂੰ ਪਰਦਾ ਕਰਨ ਵਾਸਤੇ, ਪਰ ਉੱਥੇ ਇਹ ਸੋਚਣਾ ਚਾਹੀਦਾ ਹੈ ਕਿ ਜੋ ਸਤਿਗੁਰਾਂ ਦਾ ਹੁਕਮ ਹੈ ਉਹ ਕੀ ਕਹਿੰਦਾ ਹੈ। ਫਿਰ ਉਸ ਤੋਂ ਬਾਅਦ ਟੈਕਾ ਨੰਬਰ ਆ ਗਿਆ ਜੀ 5 ਤਖਤ। ਸਭ ਤੋਂ ਪਹਿਲਾ ਤਖਤ ਆਪਾਂ ਉਸ ਦਿਨ ਤਖਤਾਂ ਬਾਰੇ ਵਿਚਾਰ ਵੀ ਕੀਤੀ ਸੀ ਤੇ ਅੱਜ ਵੀ ਆਪਾਂ ਖੁੱਲ ਕੇ ਵਿਚਾਰ ਕਰਾਂਗੇ ਇਹਨਾਂ ਤਖਤਾਂ ਬਾਰੇ। 5 ਤਖਤਾਂ ਬਾਰੇ ਸਭ ਤੋਂ ਪਹਿਲਾਂ ਆਪ ਜੀ ਦੇ ਸਾਹਮਣੇ ਜੋ ਸਕਰੀਨ ਤੇ ਟੈਕਾ ਨੰਬਰ ਆਪ ਜੀ ਪੜ੍ਹ ਸਕਦੇ ਹੋ, ਥੋੜਾ ਜਿਹਾ ਮੈਂ ਉੱਪਰ ਕਰ ਦਿਆਂ। ਹਾਂਜੀ, ਸਭ ਤੋਂ ਪਹਿਲਾ ਤਖਤ ਹੈ ਜੀ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ। ਇਹਨਾਂ ਨੂੰ ਯਾਦ ਵੀ ਕਰ ਲਓ, ਜੇ ਤੁਹਾਡੇ ਕੋਲ ਕਾਪੀ ਪੈਨ ਹੈ ਤੇ ਨੋਟ ਵੀ ਕਰ ਲਓ, ਤੇ ਆਪਣੇ ਬੱਚਿਆਂ ਨੂੰ ਵੀ ਇਹਨਾਂ ਤਖਤਾਂ ਨੂੰ ਯਾਦ ਕਰਾਓ, ਤਾਂ ਕਿ ਇਹਨਾਂ ਨੂੰ ਯਾਦ ਰਵੇ ਕਿ ਹਾਂ ਇਹ ਸਾਡੇ ਪਿਆਰੇ ਤਖਤ ਹਨ ਤੇ ਇਹਨਾਂ ਦੇ ਦਰਸ਼ਨ ਦਿਦਾਰੇ ਕਰਨਾ ਸਾਡਾ ਫਰਜ਼ ਹੈ ਤੇ ਗੁਰੂ ਦਾ ਹੁਕਮ ਹੈ, ਪੰਥ ਦਾ ਹੁਕਮ ਹੈ। 5 ਤਖਤ। ਸਭ ਤੋਂ ਪਹਿਲਾ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ। ਤਖਤ ਦਾ ਅਰਥ ਉਸ ਦਿਨ ਆਪਾਂ ਕੀਤਾ ਸੀ ਕਿ ਉੱਚੀ ਬਹਿਣ ਦੀ ਥਾਂ, ਜਿੱਥੇ ਬੈਠ ਕੇ ਹੁਕਮ ਦਿੱਤਾ ਜਾਂਦਾ ਹੈ ਉਹਨੂੰ ਤਖਤ ਕਿਹਾ ਜਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਸਭ ਤੋਂ ਪਹਿਲਾਂ ਇਹਨੂੰ ਅਕਾਲ ਬੁੰਗਾ ਕਿਹਾ ਜਾਂਦਾ ਸੀ, ਅਕਾਲ ਤਖਤ ਸਾਹਿਬ ਨੂੰ। ਫਿਰ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਕਹਿਣ ਲੱਗ ਗਏ। ਇਸ ਜਗ੍ਹਾ ਤੇ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਨੂੰ ਹੁਕਮਨਾਮੇ ਭੇਜਿਆ ਕਰਦੇ ਸਨ, ਤੇ ਇੱਥੇ ਬੈਠ ਕੇ ਸਿੱਖਾਂ ਦੇ ਰਾਜਨੀਤਿਕ ਤੇ ਹੋਰ ਜਿੰਨੇ ਵੀ ਕਾਰਜ ਸਨ ਉਹਨਾਂ ਝਗੜਿਆਂ ਦਾ ਨਿਬੇੜਾ ਵੀ ਇਸ ਜਗ੍ਹਾ ਦੇ ਉੱਤੇ ਕਰਦੇ ਸਨ, ਕਿਉਂਕਿ ਦੂਸਰੇ ਤਖਤ ਜਿਹੜੇ ਸਨ ਉਹ ਭ੍ਰਿਸ਼ਟ ਹੋ ਗਏ ਸਨ। ਇਸ ਕਰਕੇ ਸਤਿਗੁਰਾਂ ਨੇ ਇਹ ਸੱਚਾ ਤਖਤ ਅਕਾਲ ਦਾ ਤਖਤ ਜਿਹੜਾ ਬਣਾ ਦਿੱਤਾ, ਜਿੱਥੋਂ ਹਰ ਕਿਸੇ ਨੂੰ ਨਿਆਂ ਮਿਲੇ ਤੇ ਗੁਰਮਤਿ ਅਨੁਸਾਰ ਇੱਥੇ ਨਿਆਂ ਹੁੰਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਸਭ ਤੋਂ ਪਹਿਲਾ ਤਖਤ ਹੈ। ਫਿਰ ਉਸ ਤੋਂ ਬਾਅਦ ਦੂਸਰਾ ਤਖਤ ਤਖਤ ਸ਼੍ਰੀ ਪਟਨਾ ਸਾਹਿਬ ਬਿਹਾਰ। ਇਹ ਦੂਸਰਾ ਤਖਤ ਹੈ ਜਿਸ ਜਗ੍ਹਾ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਉਸ ਜਗ੍ਹਾ ਦੇ ਉੱਤੇ ਇਹ ਜਿਹੜਾ ਪਟਨਾ ਸਾਹਿਬ ਤਖਤ ਹੈ। ਨੰਬਰ 3 ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਜਿਸ ਜਗ੍ਹਾ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ 5 ਪਿਆਰਿਆਂ ਦੀ ਚੋਣ ਕਰਕੇ ਅੰਮ੍ਰਿਤ ਛਕਾ ਕੇ ਖਾਲਸੇ ਦੀ ਸਥਾਪਨਾ ਕੀਤੀ। ਉਸ ਤਖਤ ਨੂੰ ਜਿਹੜਾ ਹੈ ਕੇਸਗੜ੍ਹ ਸਾਹਿਬ ਤਖਤ ਦਾ ਨਾਮ ਦਿੱਤਾ ਗਿਆ ਹੈ। ਇੱਥੋਂ ਵੀ ਸਤਿਗੁਰੂ ਹੁਕਮਨਾਮੇ ਭੇਜਿਆ ਕਰਦੇ ਸਨ। ਫਿਰ ਉਸ ਤੋਂ ਬਾਅਦ ਅੱਗੇ ਨੰਬਰ 4 ਤਖਤ ਸ਼੍ਰੀ ਹਜੂਰ ਸਾਹਿਬ ਨਾਂਦੇੜ। ਇਹ ਤਖਤ ਸ਼੍ਰੀ ਹਜੂਰ ਸਾਹਿਬ ਨਾਂਦੇੜ ਵਿਖੇ, ਇਹ ਹਜੂਰ ਸਾਹਿਬ ਵਾਲਾ ਜਿਹੜਾ ਤਖਤ ਤੇ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧ ਰੱਖਦਾ, ਜਿਸ ਜਗ੍ਹਾ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ ਸਨ, ਇਹ ਉਹ ਤਖਤ ਹੈ। ਨੰਬਰ 5 ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ। ਇਹ ਤਖਤ ਜਿਹੜਾ ਹੈ ਜੇ ਆਪਾਂ ਲਾਈਨ ਵਾਈਜ਼ ਵਿਚਾਰੀਏ ਤੇ ਇਹ ਤਖਤ ਚੌਥੇ ਨੰਬਰ ਤੇ ਆਉਣਾ ਚਾਹੀਦਾ ਸੀ, ਪਰ ਪੰਥ ਨੇ ਇਹਨੂੰ 5ਵਾਂ ਸਥਾਨ ਕਿਉਂ ਦਿੱਤਾ? ਕਿਉਂਕਿ ਜਿਹੜੇ ਪਹਿਲੇ 4 ਤਖਤ ਹੈ ਉਹਨਾਂ ਦੀ ਨਿਸ਼ਾਨਦੇਹੀਆਂ ਹੋ ਚੁੱਕੀਆਂ ਸਨ। ਪਤਾ ਸੀ ਕਿ ਇਹ ਸਤਿਗੁਰਾਂ ਦੇ ਤਖਤ ਸਨ। ਇੱਥੇ ਸਤਿਗੁਰੂ ਬੈਠ ਕੇ ਸਿੱਖਾਂ ਦੇ ਝਗੜੇ ਨਿਬੇੜਿਆ ਕਰਦੇ ਸਨ ਤੇ ਲੋਕਾਂ ਨੂੰ ਨਿਆਂ ਦਿਆ ਕਰਦੇ ਸਨ ਤੇ ਹੁਕਮਨਾਮੇ ਭੇਜਿਆ ਕਰਦੇ ਸਨ। ਪਰ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਜਿਹੜੀ ਮੋਹਰ ਹੁੰਦੀ ਹੈ ਨਾ, ਜਿਸ ਉੱਤੇ ਲਿਖਿਆ ਜਾਂਦਾ ਸੀ ਜਦੋਂ ਹੁਕਮਨਾਮਾ ਭੇਜਿਆ ਜਾਂਦਾ ਸੀ, ਉੱਤੇ ਤਖਤ ਸ਼੍ਰੀ ਹਜੂਰ ਸਾਹਿਬ ਇਸ ਤਰ੍ਹਾਂ ਲਿਖਿਆ ਜਾਂਦਾ ਸੀ, ਜਾਂ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਮੋਹਰ ਲੱਗ ਜਾਂਦੀ ਸੀ। ਤੇ ਇਹ ਜਿਹੜੀ ਮੋਹਰ ਸੀ ਜਿੱਥੋਂ ਪਤਾ ਲੱਗਦਾ ਸੀ ਕਿ ਤਖਤ ਆ,
ਉਹ ਮੋਹਰ ਦੀ ਪ੍ਰਾਪਤੀ ਬਾਅਦ ਵਿੱਚ ਹੋਈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਨਾਮ ਦੀ ਮੋਹਰ ਆਪ ਜੀ ਜਦੋਂ ਤਲਵੰਡੀ ਸਾਬੋ ਜਾਓ ਦਮਦਮਾ ਸਾਹਿਬ, ਉਸ ਜਗ੍ਹਾ ਦੇ ਉੱਤੇ ਮੋਹਰ ਉਹ ਪਈ ਹੋਈ ਹੈ, ਜਿਸ ਮੋਹਰ ਦੇ ਸਤਿਗੁਰੂ ਜੀ ਮੋਹਰ ਲਗਾ ਕੇ ਆਪਣੇ ਸਾਈਨ ਕਰਕੇ ਸੰਗਤਾਂ ਦੇ ਵਿੱਚ ਹੁਕਮਨਾਮਾ ਭੇਜਿਆ ਕਰਦੇ ਸਨ। ਉਸ ਮੋਹਰ ਦੇ ਉੱਤੇ ਤਖਤ ਕਰਕੇ ਲਿਖਿਆ ਕਿ ਤਖਤ ਸ੍ਰੀ ਦਮਦਮਾ ਸਾਹਿਬ। ਇਸ ਕਰਕੇ ਫਿਰ ਇਸ ਜਿਹੜਾ ਦਮਦਮਾ ਸਾਹਿਬ ਸਥਾਨ ਹੈ, ਇਹਨੂੰ ਤਖਤ ਦਾ ਦਰਜਾ ਬਾਅਦ ਵਿੱਚ ਮਿਲਿਆ ਜਦੋਂ ਉਹ ਮੋਹਰ ਦੀ ਪ੍ਰਾਪਤੀ ਹੋਈ, ਜਦੋਂ ਉਹ ਮੋਹਰ ਮਿਲੀ। ਇਸ ਕਰਕੇ ਫਿਰ ਇਹਨੂੰ ਪੰਜਵਾਂ ਤਖਤ ਕਿਹਾ ਜਾਂਦਾ ਹੈ, ਤਖਤ ਸ੍ਰੀ ਦਮਦਮਾ ਸਾਹਿਬ, ਤਾਂ ਕਰਕੇ 5ਵੇਂ ਨੰਬਰ ਦੀ ਹੈ। ਸੋ ਇਹ ਜਿਹੜੇ ਹਨ 5 ਤਖਤ, ਇਹਨਾਂ ਦੇ ਉੱਤੇ ਵਿਚਾਰਧਾਰਾ ਜਿਹੜੀ ਹੈ ਇਹ ਮਨ 'ਚ ਕਈ ਵਾਰੀ ਆਉਂਦਾ ਆ ਕਿ ਇਹਨਾਂ ਦੇ ਉੱਤੇ ਵਿਚਾਰਧਾਰਾ ਵੱਖਰੀ ਵੱਖਰੀ ਹੈ। ਜਿਵੇਂ ਹਜ਼ੂਰ ਸਾਹਿਬ ਦੇ ਤਖਤ ਦੇ ਉੱਤੇ ਤੇ ਪਟਨਾ ਸਾਹਿਬ ਦੇ ਤਖਤ ਦੇ ਉੱਤੇ ਮਰਿਆਦਾ ਤੇ ਚਲੋ ਸੇਮ ਹੀ ਹੈ, ਪਰ ਕੁਝ ਜਗ੍ਹਾ ਦੇ ਉੱਤੇ ਜਿਹੜੀ ਹੈ ਮਰਿਆਦਾ ਵੱਖ-ਵੱਖ ਹੈ। ਇਹ ਕਈ ਵਾਰੀ ਸਾਡੇ ਮਨ 'ਚ ਆਉਂਦਾ ਕਿ ਕਿਉਂ ਹੈ। ਇਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪੰਥ ਦੀ ਇਕੱਤਰਤਾ ਹੋਏਗੀ ਤੇ ਜ਼ਰੂਰ ਇਹਨਾਂ ਗੱਲਾਂ ਤੇ ਵਿਚਾਰ ਹੋ ਕੇ ਇਹ ਸਾਰਿਆਂ ਤਖਤਾਂ ਦੀ ਮਰਿਆਦਾ ਇੱਕ ਹੋ ਜਾਵੇਗੀ, ਗੁਰੂ ਮੇਰੇ ਰਹਿਮਤ ਕਰਨਗੇ। ਪਰ ਹੁਣ ਤਖਤਾਂ ਦੇ ਉੱਤੇ ਜਿਹੜੀ ਮਰਿਆਦਾ ਹੈ ਵੱਖ-ਵੱਖ ਢੰਗਾਂ ਦੇ ਨਾਲ, ਪਰ ਇਹ ਗੱਲ ਸਾਨੂੰ ਬਿਲਕੁਲ ਮੰਨ ਲੈਣੀ ਚਾਹੀਦੀ ਆ ਕਿ ਇਹਨਾਂ ਤਖਤਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਚੱਲ ਰਹੇ ਹਨ। ਇਹ ਗੱਲ ਸਾਨੂੰ ਦ੍ਰਿੜ ਹੋਣੀ ਚਾਹੀਦੀ ਹੈ, ਕਿਉਂਕਿ ਹਰ ਤਖਤ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਸਾਰੇ ਸੀਸ ਨਵਾਉਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ। ਇਸ ਕਰਕੇ ਉਹਨਾਂ ਦੇ ਉੱਤੇ ਮਰਿਆਦਾ ਦੇ ਵਿੱਚ ਫਰਕ ਹੋ ਸਕਦਾ ਹੈ, ਪਰ ਨਿਭਦੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੈ। ਇਸ ਕਰਕੇ ਇਹ ਜਿਹੜੇ 5 ਤਖਤ ਹਨ, ਇਹਨਾਂ ਦੇ ਦਰਸ਼ਨ ਸਿੱਖ ਨੇ ਕਰਨੇ ਹਨ। ਉਸ ਤੋਂ ਬਾਅਦ ਆਪ ਜੀ 6 ਨੰਬਰ ਜੋ ਹੈ ਉਹ ਪੜ ਸਕਦੇ ਹੋ। ਤੇ ਤਖਤਾਂ ਦੀ ਕੀ ਮਰਿਆਦਾ? ਤਖਤਾਂ ਦੇ ਖਾਸ ਸਥਾਨ ਉੱਤੇ ਕੇਵਲ ਰਹਿਤਵਾਨ ਅੰਮ੍ਰਿਤਧਾਰੀ ਸਿੱਖ ਸਿੰਘ ਜਾਂ ਸਿੰਘਣੀ ਹੀ ਚੜ ਸਕਦੇ ਹਨ। ਤੇ ਇਹ ਸਾਰਾ ਬ੍ਰੈਕਟ ਦੇ ਵਿੱਚ ਹੈ ਅੱਗੇ। ਤਖਤਾਂ ਉੱਤੇ ਪਤਿਤ ਤੇ ਤਨਖਾਹੀਏ ਸਿੱਖ ਤੋਂ ਬਿਨਾ ਹਰ ਇੱਕ ਪ੍ਰਾਣੀ ਮਾਤਰ ਸਿੱਖ ਗੈਰ ਸਿੱਖ ਦੀ ਅਰਦਾਸ ਹੋ ਸਕਦੀ ਹੈ। ਇਹ ਗੱਲ ਇੱਥੇ ਵਿਚਾਰਨਯੋਗ ਹੈ ਕਿ ਜਿਹੜੇ ਤਖਤ ਹੁੰਦੇ ਆ ਉਹਨਾਂ ਦੇ ਉੱਤੇ ਸਿੰਘ ਜਾਂ ਸਿੰਘਣੀ ਜਿਹੜੇ ਅੰਮ੍ਰਿਤਧਾਰੀ ਆ, ਚੜ੍ਹਦੀ ਕਲਾ ਵਾਲਾ ਜੀਵਨ ਹੈ, ਨਿਤਨੇਮ ਦੇ ਧਾਰਨੀ ਆ, ਉਹੀ ਚੜ ਸਕਦੇ ਉਹਨਾਂ ਤਖਤਾਂ ਦੇ ਉੱਤੇ। ਤੇ ਦੂਸਰੀ ਗੱਲ ਇੱਥੇ ਲਿਖੀ, ਤਖਤਾਂ ਉੱਤੇ ਪਤਿਤ ਤੇ ਤਨਖਾਹੀਏ ਸਿੱਖ ਤੋਂ ਬਿਨਾਂ ਹਰ ਪ੍ਰਾਣੀ ਮਾਤਰ ਸਿੱਖ ਗੈਰ ਸਿੱਖ ਦੀ ਅਰਦਾਸ ਹੋ ਸਕਦੀ ਹੈ। ਕੋਈ ਵੀ ਸਿੱਖ ਜਿਨ੍ਹਾਂ ਪਹਿਲਾਂ ਅੰਮ੍ਰਿਤਧਾਰੀ ਹੋਵੇ ਤੇ ਫਿਰ ਪਤਿਤ ਹੋ ਜਾਵੇ। ਜਿਸ ਸਿੱਖ ਨੇ ਅੰਮ੍ਰਿਤ ਛਕਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਫਿਰ ਉਹਨੇ ਅੰਮ੍ਰਿਤ ਭੰਗ ਕਰ ਦਿੱਤਾ, ਕਹਿਣ ਤੋਂ ਭਾਵ ਪਤਿਤ ਹੋ ਗਿਆ, ਉਹਨੇ 4 ਬੱਜਰ ਕਰੈਤਾਂ ਕਰ ਲਈਆਂ ਤੇ ਜਦੋਂ ਉਹ ਪਤਿਤ ਹੋ ਜਾਂਦਾ ਹੈ ਤੇ ਤਨਖਾਹੀਆ ਹੋ ਜਾਂਦਾ ਹੈ ਤੇ ਫਿਰ ਉਹਦੀ ਅਰਦਾਸ ਇਸ ਤਖਤ ਦੇ ਉੱਤੇ ਪ੍ਰਵਾਨ ਨਹੀਂ ਹੁੰਦੀ। ਉਹਦੀ ਇੱਥੇ ਅਰਦਾਸ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ। ਹਾਂ, ਹਰ ਇੱਕ ਪ੍ਰਾਣੀ ਮਾਤਰ ਭਾਵੇਂ ਕਿਸੇ ਵੀ ਧਰਮ ਦਾ, ਕਿਸੇ ਵੀ ਮਜ਼ਹਬ ਦਾ ਆ ਕੇ ਤਖਤ ਦੇ ਉੱਤੇ ਅਰਦਾਸ ਕਰਾਉਣੀ ਚਾਹੁੰਦਾ ਹੈ, ਉਸ ਮਨੁੱਖ ਦੀ ਅਰਦਾਸ ਤਖਤ ਦੇ ਉੱਤੇ ਹੋ ਸਕਦੀ ਹੈ, ਪਰ ਇੱਕ ਪਤਿਤ ਤੇ ਤਨਖਾਹੀਏ ਸਿੱਖ ਦੀ ਅਰਦਾਸ ਤਖਤ ਦੇ ਉੱਤੇ ਨਹੀਂ ਹੋ ਸਕਦੀ। ਹਰ ਕੋਈ ਸਿੱਖ ਗੈਰ ਸਿੱਖ ਦੀ ਅਰਦਾਸ ਹੋ ਸਕਦੀ ਹੈ। ਕੋਈ ਗੈਰ ਸਿੱਖ ਆ, ਕੋਈ ਸਿੱਖ ਆ ਜਿਹੜਾ ਚੜ੍ਹਦੀ ਕਲਾ ਵਾਲਾ, ਉਹਦੀ ਤੇ ਅਰਦਾਸ ਹੋਣੀ ਹੈ, ਤੇ ਭਾਵੇਂ ਕੋਈ ਗੈਰ ਸਿੱਖ ਹੈ ਉਹਦੀ ਵੀ ਅਰਦਾਸ ਹੋ ਸਕਦੀ ਆ, ਪਰ ਤਖਤ ਦੇ ਉੱਤੇ ਤਨਖਾਹੀਏ ਜਾਂ ਪਤਿਤ ਸਿੱਖ ਦੀ ਅਰਦਾਸ ਨਹੀਂ ਹੋ ਸਕਦੀ। ਹਾਂ, ਉਹ ਸਿੱਖ 5 ਪਿਆਰਿਆਂ ਦੇ ਕੋਲ ਪੇਸ਼ ਹੋ ਕੇ ਤੇ ਆਪਣੀ ਤਨਖਾਹ ਲਗਵਾ ਕੇ ਦੁਬਾਰਾ ਅੰਮ੍ਰਿਤ ਛਕ ਕੇ ਫਿਰ ਉਹ ਤਖਤ ਦੇ ਉੱਤੇ ਅਰਦਾਸ ਕਰਵਾ ਸਕਦਾ। ਜਿੰਨਾ ਚਿਰ ਉਹਦੀ ਤਨਖਾਹ ਚੱਲਦੀ ਹੈ, ਤਨਖਾਹ ਹੁੰਦਾ ਹੈ, ਸਾਧ ਸੰਗਤ ਸਜ਼ਾ ਲਾਉਂਦੇ ਆ, ਪੰਥ ਵੱਲੋਂ ਸਜ਼ਾ ਲਾਈ ਜਾਂਦੀ ਸੇਵਾ ਕਰਨ ਦੀ। ਕਿਸੇ ਨੂੰ 41 ਦਿਨ ਦੀ ਲਾਈ ਜਾਂਦੀ ਹੈ, ਕਿਸੇ ਨੂੰ 30 ਦਿਨਾਂ ਦੀ, ਜਿਸ ਤਰ੍ਹਾਂ ਦੀ ਉਹਨੇ ਪਤਿਤਪੁਣਾ ਜਿਸ ਤਰ੍ਹਾਂ ਦਾ ਕੀਤਾ ਹੁੰਦਾ ਹੈ, ਉਸੇ ਹਿਸਾਬ ਦੇ ਨਾਲ ਉਹਨੂੰ ਤਨਖਾਹ ਜਿਹੜੀ ਉਹ ਲਾਈ ਜਾਂਦੀ ਹੈ। ਜਦੋਂ 5 ਸਿੰਘਾਂ ਦੇ ਕੋਲ ਹਾਜ਼ਰ ਹੋ ਕੇ ਉਹ ਸਿੱਖ ਆਪਣੀ ਗਲਤੀ ਮੰਨ ਲੈਂਦਾ, ਫਿਰ 5 ਸਿੰਘ ਉਹਨੂੰ ਤਨਖਾਹ ਲਾਉਂਦੇ ਆ ਕਿ ਭਾਈ ਤੂੰ ਇੰਨੇ ਦਿਨ ਆਪਣੇ ਘਰ ਦੇ ਨੇੜਲੇ ਗੁਰਦੁਆਰੇ 'ਚ ਸੇਵਾ ਕਰਨੀ ਆ, ਐਸ ਬਾਣੀ ਦਾ ਤੂੰ ਜਾਪ ਨਿਤਨੇਮ ਤੋਂ ਅਲੱਗ ਕਰਨਾ ਹੈ। ਨਿਤਨੇਮ ਤੇ ਕਰਨਾ ਹੀ ਹੈ ਜਿਹੜਾ ਕਰਨਾ ਹੈ,
पर उस नितनेम तो इलावा तू इस बाणी का जाप करना है। इन्ने दिनों बाद तू जाके तख्त साहब ते अरदास करानी है। ये जिहड़ा है ना फिर सिख की अरदास उहदी हो सकती है, नहीं तो पतित ते तनखाईए सिख की अरदास नहीं हो सकती। उस तो बाद अगे आ जाओ, डड्डा नंबर हर एक गुरुद्वारे विच निशान साहिब किसी उच्ची थां ते लगा होवे। निशान साहिब की अपनी एक महत्ता है, ये सानू पता है ते पता होना चाहिए है कि निशान साहब काहदे वास्ते हुंदा है कि जिहड़ा दूर दरेडे तो आउण वाला है उहनूं निगाह पै जावे कि इस जगह ते गुरुद्वारा है, इस जगह दे उत्ते मेरी पत दी राखी भी होएगी, इस जगह दे उत्ते मेरी भुख जिहड़ी ओह भी मिटेगी, इस जगह दे उत्ते मेरा जिहड़ा विश्राम करन दी मैनूं जगह नहीं मिल रही, इस जगह दे मैनूं विश्राम भी ਲਈ जगह भी प्राप्त होवेगी। इस करके ये निशान साहब जिहड़ा लाया जाता है। फिर ਉਹਦੇ ਨਾਲ ही ये जिहड़ा निशान है इस सुतंत्रता की निशानी है कि सिख कौम जिहड़ी अपने आप च सुतंत्र है। हर धर्म तुसीं देखो, हर देश का एक निशान है, पर साडा एक निशान साहब है। साडे धर्म दे विच सतगुरां ने किड्डी उच्ची सोच दित्ती है, किन्नी वड्डी सतगुरां दी दूर दरेडी सोच सी कि उन्हां ने सानूं निशान साहब की बख्शिश की। गुरुद्वारे की उच्ची जगह के उत्ते निशान साहब लगा होना चाहिए है, खास करके गुरुद्वारे च। फिर उस तो बाद निशान साहब के पोशाके का जिहड़ा रंग है वो बसंती जां सुरमई होवे। ये दो रंग के जिहड़े आ बस्तर वो इस निशान साहब के उत्ते चलाए जा सकन। ये जिहड़ा निशान साहब की लंबाई का ते कोई किसी तरह का कोई भरम नहीं, जिन्ना भी उच्चा जिन्नी किसी की समर्था वो अपने गुरुद्वारा साहब च लगवा सकता है। पर सेवा संभाल जरूरी है, ये ना होवे कि निशान साहब सब तो वड्डा लाया होवे ते पोशाका बदलिया नहीं होवे, साल ही हो गया हुण। ये गल जरूरी है कि बसंती रंग ते सुरमई रंग का जिहड़ा निशान साहब दे उत्ते कपड़ा जिहड़ा वो चढ़ाया गया होवे। निशान साहब दे सिरे उत्ते सर्वरोध दा भाला जां खंडा होवे। सब तो उत्ते एक खंडा ते एक भाला लगा होना चाहिए, जां खंडा जां भाला। भाला हुंदा है साध संगत, खंडा जिहड़ा हुंदा है वो ਅਸੀਂ ਦੇਖਦੇ ਹਾਂ, ਆਮ ਹੀ ਆਪਾਂ ਦੇਖਦੇ ਹਾਂ ਕਿ ਖੰਡਾ ਦੋਵੇਂ ਪਾਸੇ ਤੋਂ ਤਿੱਖਾ ਹੁੰਦਾ ਹੈ ਨਾ, ਤੇ ਸਿੱਧਾ ਹੁੰਦਾ ਹੈ ਤੇ ਉੱਪਰਲੇ ਪਾਸੇ ਗੋਲ ਤੇ ਪਾਸਿਆਂ ਦੇ ਤੋਂ ਵੀ ਗੋਲ ਹੁੰਦਾ ਹੈ, ਤੇ ਇਹ ਤੁਸੀਂ ਖੰਡੇ ਦੀ ਸ਼ੇਪ ਤੋਂ ਜਾਣੂ ਹੋ ਚੰਗੀ ਤਰ੍ਹਾਂ। ਭਾਲਾ ਹੁੰਦਾ ਸਾਧ ਸੰਗਤ ਜਿਵੇਂ ਆ ਤੁਸੀਂ ਕਹਿ ਲਓ ਕਿ ਸਾਰਾ ਹੀ ਗੋਲ ਹੁੰਦਾ ਹੈ, ਉੱਪਰੋਂ ਵੀ ਅੰਦਰ ਨਹੀਂ ਬੜਿਆ ਹੁੰਦਾ, ਮਤਲਬ ਉਹ ਸਾਰੇ ਦਾ ਸਾਰਾ ਗੋਲ ਹੁੰਦਾ ਹੈ, ਟੋਟਲੀ बिल्कुल इस तरह बनया होंदा है। इहनूं भाला कहा जांदा, उपरों तिखा होंदा है, इस तरह बिल्कुल गोल गुलाई दे विच होंदा है, उहनूं भाला कहा जांदा है। वो जिवें कोई पत्ता होवे ना, किसी पेड़ दा पत्ता, जिवें पान दा पत्ता होंदा है, उस तरह दा होंदा है भाला, उहनूं भाला कहा जांदा है। वो जां इह खंडा ते जां वो जिहड़ा भाला उस जगह दे उत्ते निशान साहब दे सब तो उपर जिहड़ा वो सुशोभित होना चाहिए है। निशान साहब जिस जगह के उत्ते लगा है, तो एक गल हो रहा है कि असीं घरां दे विच भी निशान साहब ला लैंदे हां। जे तुसीं घरां दे विच निशान साहब अपनी छत उत्ते लाया, तो ये गल जरूरी तुहानूं याद रखनी चाहिए है कि तुहाडे घर दे विच किसी राही दे रुकण वास्ते जगह ते तुहाडे घर दे विच उहदे लई प्रशादा बनिया जरूरी है कि जे कोई आवे राही निशान साहब लगा वेख लवे ते ਉਹ ਆਣ ਕੇ ਪ੍ਰਸ਼ਾਦਾ ਵੀ ਛਕੇ ਤੇ ਨਾਲ ਉਹਦੇ ਵਾਸਤੇ ਰਹਿਸ਼ ਦਾ ਪ੍ਰਬੰਧ ਵੀ ਹੋਵੇ, ਫਿਰ ਤੁਹਾਡਾ ਜਿਹੜਾ ਨਿਸ਼ਾਨ ਸਾਹਿਬ ਆ ਤੁਹਾਡੇ ਛੱਤ ਤੇ ਲੱਗਾ ਪ੍ਰਵਾਨ ਹੈ, ਇਹ ਜ਼ਰੂਰੀ ਹੈ ਜੀ। ਉਸ ਤੋਂ ਬਾਅਦ ਅੱਗੇ ਆ ਜਾਓ। ਹਾਂਜੀ, ਗੁਰਦੁਆਰੇ ਸਾਹਿਬ ਵਿੱਚ ਨਗਾਰਾ ਹੋਵੇ ਜੋ ਸਮੇਂ ਸਿਰ ਵਜਾਇਆ ਜਾਵੇ। ਨਗਾਰਾ ਸਾਧ ਸੰਗਤ ਇੱਕ ਆਜ਼ਾਦ ਹਸਤੀ ਦੀ ਨਿਸ਼ਾਨੀ ਹੈ। ਨਗਾਰਾ ਨਗਾਰਾ ਜਿਹੜਾ ਹੈ ਨਾ, ਨਗਾਰਾ ਪਹਿਲੇ ਸਮਿਆਂ ਦੇ ਵਿੱਚ ਸਿਰਫ ਰਾਜੇ ਮਹਾਰਾਜੇ ਰੱਖ ਸਕਦੇ ਸਨ, ਕੋਈ ਆਮ ਬੰਦਾ ਨਗਾਰਾ ਨਹੀਂ ਸੀ ਰੱਖ ਸਕਦਾ। ਤੇ ਸਤਿਗੁਰਾਂ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਰਣਜੀਤ ਨਗਾਰਾ ਰੱਖਿਆ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ, ਰਣਜੀਤ ਨਗਾਰਾ। ਤੇ ਸਤਿਗੁਰੂ ਉਹਨੂੰ ਵਜਾਉਂਦੇ ਵੀ ਸਨ ਸਮੇਂ ਸਮੇਂ ਤੇ, ਜਦ ਲੰਗਰ ਤਿਆਰ ਹੁੰਦਾ ਸੀ ਉਦੋਂ ਉਹ ਵਜਾਇਆ ਜਾਂਦਾ ਸੀ, ਜੰਗ ਤੇ ਜਾਣ ਲੱਗਿਆਂ ਵਜਾਇਆ ਜਾਂਦਾ ਸੀ, ਅਰਦਾਸ ਵੇਲੇ ਵਜਾਇਆ ਜਾਂਦਾ ਸੀ। ਇਹ ਨਗਾਰਾ ਸੁਤੰਤਰ ਹੋਣ ਦੇ, ਸੁਤੰਤਰ ਹਸਤੀ ਦਾ ਪ੍ਰਤੀਕ ਹੈ।
ਇਹਦਾ ਭਾਵ ਇਹ ਹੈ ਕਿ ਗੁਰੂ ਕਿਸੇ ਦੇ ਅਧੀਨ ਨਹੀਂ ਆ, ਗੁਰੂ ਜਿਹੜਾ ਉਹ ਸੁਤੰਤਰ ਆ। ਇਸ ਕਰਕੇ ਗੁਰਦੁਆਰੇ 'ਚ ਨਗਾਰਾ ਹੋਣਾ ਚਾਹੀਦਾ ਤਾਂ ਕਿ ਪਤਾ ਲੱਗੇ ਕਿ ਗੁਰੂ ਸਾਡਾ ਸੁਤੰਤਰ ਹੈ ਤੇ ਗੁਰੂ ਨੂੰ ਮੰਨਣ ਵਾਲੇ ਵੀ ਸੁਤੰਤਰ ਹਨ, ਉਹ ਕਿਸੇ ਦੇ ਅਧੀਨ ਨਹੀਂ ਹਨ। ਇਸ ਕਰਕੇ ਗੁਰਦੁਆਰੇ ਦੇ ਵਿੱਚ ਇੱਕ ਨਗਾਰਾ ਹੋਵੇ, ਜੋ ਨਗਾਰਾ ਸਮੇਂ-ਸਮੇਂ ਸਿਰ ਵਜਾਇਆ ਜਾਵੇ। ਤੇ ਜਿਵੇਂ ਲੰਗਰ ਵੇਲੇ ਪੁਰਾਣੇ ਸਮਿਆਂ 'ਚ ਕੀ ਹੁੰਦਾ ਸੀ ਕਿ ਸਿੱਖ ਨਗਾਰਾ ਲੰਗਰ ਵੇਲੇ ਵਜਾਇਆ ਕਰਦੇ ਸਨ ਕਿ ਜੇ ਕੋਈ ਭੁੱਖਾ ਹੋਵੇ ਉਹ ਆਣ ਕੇ ਪ੍ਰਸ਼ਾਦਾ ਛਕ ਲਵੇ, ਜੇ ਕਿਸੇ ਨੇ ਨਹੀਂ ਛਕਿਆ ਉਹ ਆ ਕੇ ਪ੍ਰਸ਼ਾਦਾ ਛਕ ਲਵੇ। ਜਦ ਜ਼ਕਰੀਆ ਖਾਨ ਦਾ ਵੇਲਾ ਸੀ ਉਦੋਂ ਵੀ ਸਿੱਖਾਂ ਨੇ ਨਗਾਰਾ ਰੱਖਿਆ ਸੀ, ਉਦੋਂ ਵੀ ਉਹ ਵਜਾ ਕੇ ਆਵਾਜ਼ਾਂ ਦਿੰਦੇ ਸਨ ਜ਼ਰੂਰ ਕਿ ਭਾਈ ਜੇ ਕੋਈ ਭੁੱਖਾ ਹੈਗਾ ਤੇ ਉਹ ਆ ਕੇ ਪ੍ਰਸ਼ਾਦਾ ਛਕ ਲਵੇ, ਭਾਵੇਂ ਕਿ ਆਪ ਨੂੰ ਸਿੱਖਾਂ ਨੂੰ ਪ੍ਰਸ਼ਾਦਾ ਮਿਲਦਾ ਵੀ ਨਹੀਂ। ਇਹ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਵੀ ਸਿੱਖਾਂ ਨੇ ਨਗਾਰਾ ਜਿਹੜਾ ਨਹੀਂ ਤਿਆਗਿਆ। ਸੋ ਨਗਾਰੇ ਦੀ ਇੱਕ ਵੱਖਰਾ ਵਿਸ਼ਾ ਬਣ ਜਾਣਾ ਨਗਾਰੇ ਦੇ ਉੱਤੇ। ਜਦੋਂ ਸਤਿਗੁਰਾਂ ਨੇ ਰਣਜੀਤ ਨਗਾਰਾ ਸਥਾਪਿਤ ਕੀਤਾ ਨਾ, ਤੇ ਉਸ ਸਮੇਂ ਜਿਹੜਾ ਅਸੀਂ ਭੀਮ ਚੰਦ ਇਹ ਆਇਆ ਸਤਿਗੁਰਾਂ ਦੇ ਕੋਲ, ਇਹਨੇ ਕਿਹਾ ਜੀ ਤੁਸੀਂ ਨਗਾਰਾ ਰੱਖਿਆ, ਨਗਾਰਾ ਬੰਦ ਕਰੋ, ਮੈਂ ਤੁਹਾਡੀ ਸ਼ਿਕਾਇਤ ਕਰਾਂਗਾ ਔਰੰਗਜ਼ੇਬ ਕੋਲ। ਤੇ ਸਤਿਗੁਰਾਂ ਨੇ ਕਿਹਾ ਇਹ ਨਹੀਂ ਕਦੀ ਹੋ ਸਕਦਾ, ਇਸ ਆਨੰਦਪੁਰ ਸਾਹਿਬ ਦੀ ਧਰਤੀ ਆਜ਼ਾਦ ਹੈ, ਇੱਥੇ ਕਿਸੇ ਤਰ੍ਹਾਂ ਦਾ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ, ਇੱਥੇ ਜੇ ਤੂੰ ਆਏਗਾ ਤੈਨੂੰ ਵੀ ਨਿਆਂ ਮਿਲੂਗਾ, ਪਰ ਜੇ ਤੂੰ ਕਹੇ ਨਗਾਰਾ ਬੰਦ ਕਰ ਦਿਓ ਇਹ ਕਦੀ ਨਹੀਂ ਹੋਣਾ, ਕਿਉਂਕਿ ਨਗਾਰਾ ਸਾਡੀ ਸੁਤੰਤਰ ਹਸਤੀ ਦਾ ਪ੍ਰਤੀਕ ਹੈ। ਤੇ ਜਦੋਂ ਕਹਿੰਦੇ ਆਨੰਦਪੁਰ ਸਾਹਿਬ ਦੀ ਧਰਤੀ ਨਗਾਰਾ ਵੱਜਦਾ ਸੀ ਨਾ, ਤੇ ਇਹਨਾਂ ਪਹਾੜੀ ਰਾਜਿਆਂ ਦੇ ਦਿਲ ਕੰਬਦੇ ਹੁੰਦੇ ਸਨ ਜਦੋਂ ਰਣਜੀਤ ਨਗਾਰਾ ਵਜਾਇਆ ਕਰਦੇ ਸਨ ਸਤਿਗੁਰੂ। ਸੋ ਇਹ ਜਿਹੜਾ ਨਗਾਰਾ ਹੈ ਸਾਡੀ ਸੁਤੰਤਰ ਹੋਣ ਦਾ ਪ੍ਰਤੀਕ ਹੈ, ਇਹ ਇੱਕ ਗੁਰਦੁਆਰੇ ਦੇ ਵਿੱਚ ਹੋਣਾ ਚਾਹੀਦਾ ਹੈ। ਤੇ ਉਸ ਗੁਰਦੁਆਰੇ ਸਾਹਿਬ ਦੇ ਵਿੱਚ ਅਰਦਾਸ ਵੇਲੇ ਤੇ ਕਿਉਂਕਿ ਇਤਿਹਾਸਿਕ ਸਥਾਨਾਂ ਦੇ ਵਿੱਚ ਇਸ ਨਗਾਰੇ ਨੂੰ ਵਜਾਇਆ ਜਾਂਦਾ ਹੈ, ਹੋਰ ਵੀ ਗੁਰਦੁਆਰਾ ਜਿੱਥੇ ਵੀ ਉੱਥੇ ਇੱਕ ਛੋਟਾ ਜਿਹਾ ਨਗਾਰਾ ਹੋਣਾ ਚਾਹੀਦਾ ਜੋ ਸਮੇਂ ਸਿਰ ਵਜਾਇਆ ਜਾਣਾ ਚਾਹੀਦਾ। ਸੋ ਸਾਧ ਸੰਗਤ ਆਪਾਂ ਅੱਜ ਜਿਹੜਾ ਸਮੁੱਚਾ ਸਾਰੇ ਦਾ ਸਾਰਾ ਹੀ ਆਪਾਂ ਜੋ ਸੈਸ਼ਨ ਕੀਤਾ ਹੈ ਗੁਰਦੁਆਰੇ ਸਾਹਿਬ ਨਾਲ ਸੰਬੰਧਿਤ ਮਰਿਆਦਾ, ਕੱਲ ਵੀ ਆਪਾਂ ਗੁਰਦੁਆਰੇ ਨਾਲ ਸੰਬੰਧਿਤ ਮਰਿਆਦਾ ਕੀਤੀ ਸੀ। ਸੋ ਇਹ ਸਮੁੱਚੀ ਜਿਹੜੀ ਮਰਿਆਦਾ ਹੈ ਜਿੰਨੇ ਕੁ ਆਪ ਜੀ ਦੇ ਮਨ 'ਚ, ਕਿਉਂਕਿ ਕਈ ਸਵਾਲ ਜਿਹੜੇ ਉਹ ਪੈਦਾ ਹੁੰਦੇ ਆ, ਮੈਨੂੰ ਪਤਾ ਹੈ ਸਾਡੇ ਵੀ ਮਨ 'ਚ ਕਈ ਵਾਰੀ ਹੋ ਜਾਂਦਾ ਹੈ ਕਿ ਹਾਂ ਇਸ ਗੱਲ ਨੂੰ ਇਸ ਤਰ੍ਹਾਂ ਕਿਉਂ ਨਹੀਂ ਵਰਤਿਆ ਜਾਂਦਾ। ਹਾਂ, ਉਹ ਸਾਡੇ ਮਨ ਦੇ ਵਿੱਚ ਇਹ ਸ਼ੰਕੇ ਹੁੰਦੇ ਆ, ਤੇ ਜੇ ਤੁਹਾਡੇ ਮਨ ਵਿੱਚ ਕੋਈ ਸਵਾਲ ਹਨ ਤੇ ਉਹ ਆਪ ਜੀ ਪੁੱਛ ਸਕਦੇ ਹੋ, ਆਪਣਾ ਤੁਸੀਂ ਮਾਈਕ ਔਨ ਕਰਕੇ ਤੇ ਸਵਾਲ ਜਿਹੜਾ ਪੁੱਛ ਸਕਦੇ ਹੋ। ਮੈਂ ਸਪੀਕਰ ਦੀ ਆਵਾਜ਼ ਵਧਾ ਦੇਣਾ, ਮਾਈਕ ਔਨ ਕਰਕੇ ਆਪ ਜੀ ਸਵਾਲ ਪੁੱਛ ਸਕਦੇ ਹੋ। ਕਿਉਂਕਿ ਜੇ ਸਵਾਲ ਦਾ ਜਵਾਬ ਮੈਨੂੰ ਆਉਂਦਾ ਹੋਇਆ ਤੇ ਮੈਂ ਜ਼ਰੂਰ ਦੇਵਾਂਗਾ, ਕਿਉਂਕਿ ਉਹਦੇ ਨਾਲ ਕੀ ਹੁੰਦਾ ਕਿ ਸਵਾਲ ਮੈਂ ਆਪ ਵੀ ਪੈਦਾ ਕਰਕੇ ਸਵਾਲ ਤੇ ਉਹਦੇ ਜਵਾਬ ਦੇ ਦਿੰਦਾ ਹੁੰਦਾ, ਪਰ ਕੀ ਹੁੰਦਾ ਕਿ ਕਈ ਵਾਰੀ ਐਸੇ ਸਵਾਲ ਹੁੰਦੇ ਜਿਹੜਾ ਮੈਨੂੰ ਵੀ ਨਹੀਂ ਮੇਰੇ ਵੀ ਆਪਣੇ ਮਨ ਵਿੱਚ ਨਹੀਂ ਆਉਂਦੇ। ਤੇ ਜੇ ਆਪ ਜੀ ਨੂੰ ਪਤਾ ਕੋਈ ਸਵਾਲ ਆਪ ਜੀ ਦੇ ਮਨ ਵਿੱਚ ਹੋਵੇ ਉਹ ਮੈਨੂੰ ਪੁੱਛ ਲਓ, ਤੇ ਮੈਂ ਫਿਰ ਉਸ ਤੋਂ ਬਾਅਦ ਕੀ ਹੁੰਦਾ ਕਿ ਮੈਂ ਵੀ ਉਹਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਹੋਰ ਸੰਗਤ ਨੂੰ ਵੀ ਉਸ ਸਵਾਲ ਬਾਰੇ ਪਤਾ ਲੱਗ ਜਾਵੇ ਤੇ ਉਸ ਦਾ ਜਵਾਬ ਜਿਹੜਾ ਸਾਨੂੰ ਚੰਗੀ ਤਰ੍ਹਾਂ ਪਤਾ ਲੱਗੇ। ਸੋ ਬੇਨਤੀ ਆ ਆਪ ਜੀ ਦੇ ਹਜ਼ੂਰ ਕਿ ਆਪ ਜੀ ਕੋਈ ਵੀ ਜਿਹੜਾ ਸਵਾਲ ਉਹ ਪੁੱਛ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਬਹੁਤ ਨਮਸਕਾਰ ਹੈ। ਆਪ ਜੀ ਨੇ ਨਾ ਸੋਹਣਾ ਅੱਜ ਦੱਸਿਆ ਸਾਨੂੰ, ਤੇ ਇਹ ਸੁਮਤ ਬਖਸ਼ੋ ਕਿ ਨਗਾੜਾ ਕਿੱਥੇ ਮਿਲ ਸਕਦਾ ਹੈਗਾ। ਵਾਹਿਗੁਰੂ। ਅੱਛਾ ਜੀ, ਨਗਾਰਾ ਤੁਸੀਂ ਲੈਣਾ ਹੋਵੇ ਅੰਮ੍ਰਿਤਸਰ ਦੀ ਧਰਤੀ ਤੋਂ ਕਿਸੇ ਵੀ ਦੁਕਾਨ, ਕਿਉਂਕਿ ਅੰਮ੍ਰਿਤਸਰ ਸਭ ਤੋਂ ਜਿਹੜੀ ਵੀ ਚੀਜ਼ ਆਪਾਂ ਗੁਰਦੁਆਰੇ 'ਚ ਵਰਤਦੇ ਆ ਨਾ ਉਹ ਕਰੀਬ ਉੱਥੋਂ ਮਿਲ ਜਾਂਦੀ ਹੈ। ਬਾਕੀ ਹਰ ਤਖਤ ਦੇ ਨਜ਼ਦੀਕ ਦੁਕਾਨਾਂ ਹੁੰਦੀਆਂ ਤੇ ਆਪ ਜੀ ਉੱਥੋਂ ਨਿੱਕੇ ਤੋਂ ਲੈ ਕੇ ਵੱਡਾ ਨਗਾਰਾ ਜਿਹੜਾ ਪ੍ਰਾਪਤ ਕਰ ਸਕਦੇ। ਹਾਂਜੀ, ਹੋਰ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਹਾਂਜੀ ਫਤਿਹ ਜੀ। ਵੀਰ ਜੀ, ਆਰਤੀ ਬਾਰੇ ਪੁੱਛਣਾ ਸੀ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪਾਂ ਜਾਣਾ ਆਰਤੀ ਕਰਨ ਦੀ ਰੀਤ ਹੈ ਵੀਰ ਜੀ, ਕਿਉਂਕਿ ਹਰ ਕਈ ਪ੍ਰੋਗਰਾਮਾਂ 'ਚ ਜਿਵੇਂ ਸੰਗਤ ਦੇ ਘਰੇ ਕਿਤੇ ਪ੍ਰੋਗਰਾਮ ਹੁੰਦਾ ਵੇਖਿਆ ਆਰਤੀ ਜਦੋਂ ਪੜ੍ਹਦੇ ਹਨ ਤੇ ਉਹ ਕਈ ਸੰਗਤਾਂ ਦੇ ਘਰੇ ਮੈਂ ਵੇਖਿਆ ਕਿ ਥਾਲ ਲੈ ਕੇ ਦੀਵਾ ਜਲਾ ਕੇ ਤੇ ਫੁੱਲਾਂ ਦੀ ਵਰਖਾ ਵੀ ਕਰਦੇ ਆ। ਸਹੀ ਰੀਤ ਕੀ ਹੈ ਆਰਤੀ ਕਰਨ ਦੀ ਸਿੱਖ ਧਰਮ ਵਿੱਚ? ਹਾਂਜੀ, ਸਿੱਖ ਪਰਪੇਖ ਇਹਦੇ ਬਾਰੇ ਆਰਤੀ ਦੇ ਬਾਰੇ ਇਹ ਕਹਿੰਦਾ ਹੈ ਕਿ ਕਿਉਂਕਿ ਇਹ ਗੱਲ ਸਾਨੂੰ ਬਿਲਕੁਲ ਕਲੀਅਰ ਹੈ ਕਿ ਜਦੋਂ ਗੁਰੂ ਸਾਹਿਬ ਗਏ ਆ ਜਗਨਨਾਥਪੁਰੀ, ਉਸ ਜਗ੍ਹਾ ਦੇ ਉੱਤੇ ਜੇ ਸਤਿਗੁਰਾਂ ਨੇ ਆਰਤੀ ਥਾਲ ਫੜ ਕੇ ਕਰਨੀ ਹੁੰਦੀ ਤੇ ਉੱਥੇ ਕਰ ਲੈਂਦੇ, ਹਨਾ।
ਇਹ ਸਾਨੂੰ ਸਪਸ਼ਟ ਹੋਣਾ ਚਾਹੀਦਾ। ਹਰ ਸਿੱਖ ਮਾਤਰ ਨੂੰ ਇਹ ਸੋਚਣਾ ਚਾਹੀਦਾ ਕਿ ਉਸ ਜਗ੍ਹਾ ਦੇ ਉੱਤੇ ਜੇ ਗੁਰੂ ਸਾਹਿਬ ਨੇ ਥਾਲੀ ਫੜ ਕੇ ਆਰਤੀ ਨਹੀਂ ਕੀਤੀ ਤੇ ਸਾਡਾ ਕੀ ਆ, ਅਸੀਂ ਇਸ ਤਰ੍ਹਾਂ ਨਹੀਂ ਕਰਨਾ। ਤੇ ਕਿਉਂਕਿ ਗੁਰੂ ਨੇ ਉਪਦੇਸ਼ ਜੀ ਸਾਡੇ ਵਾਸਤੇ ਦਿੱਤਾ ਹੈ ਨਾ, ਤੇ ਉੱਥੇ ਜੇ ਸਤਿਗੁਰਾਂ ਨੇ ਉਹ ਗਗਨ ਮੈਂ ਥਾਲ ਵਾਲਾ ਸ਼ਬਦ ਉਚਾਰਨ ਕੀਤਾ ਤੇ ਉਹ ਸਾਨੂੰ ਭੁੱਲਣਾ ਨਹੀਂ ਚਾਹੀਦਾ। ਉਸ ਸ਼ਬਦ ਦਾ ਗਾਇਨ ਵੀ ਸਾਨੂੰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਇਹ ਜਿਹੜਾ ਮਨਮਤ ਹੈ ਇਹ ਸਾਨੂੰ ਸਮਝਣ ਦੀ ਲੋੜ ਹੈ। ਕਈ ਵਾਰੀ ਕੀ ਹੁੰਦਾ ਕਿ ਜਦੋਂ ਅਸੀਂ ਕਹਿੰਦੇ ਆ ਨਾ ਕਿਸੇ ਨੂੰ, ਅਗਲਾ ਇਸ ਗੱਲ ਨੂੰ ਸਮਝਣ ਦੀ ਬਜਾਏ ਗੁੱਸਾ ਕਰ ਲੈਂਦਾ ਹੈ। ਉਹਦੇ ਪਿੱਛੇ ਕੋਈ ਤੱਤ ਨਹੀਂ ਹੁੰਦਾ। ਤੱਤ ਜਦੋਂ ਉਹਨਾਂ ਨੂੰ ਪੁੱਛੇ ਕਿਉਂ ਕਰਦੇ ਹੋ, ਕੋਈ ਸਵਾਲ ਦਾ ਉਹਨਾਂ ਕੋਲ ਜਵਾਬ ਨਹੀਂ ਹੁੰਦਾ। ਉਹ ਆਪਣੇ ਕੋਲੇ ਕਹਿ ਦਿੰਦੇ ਆ ਜੀ ਇਹ ਸਾਰੇ ਕਰਦੇ ਆ। ਸਾਰੇ ਕਰਨ ਤੋਂ ਭਾਵ ਇਹ, ਹੁਣ ਜੇ ਸਾਰੇ ਸਿਆਣੇ ਨੇ ਇੱਕ ਗੱਲ ਕਹੀ ਹੈ ਕਿ ਜੀ ਸਾਰੇ ਕੋਈ ਖੂਹ 'ਚ ਇੱਕ ਛਾਲ ਮਾਰਨ ਦਿਆ, ਸਾਰਿਆਂ ਨੂੰ ਥੋੜੀ ਮਾਰ ਦੇਣੀ ਚਾਹੀਦੀ। ਇਸ ਕਰਕੇ ਇਹ ਸਾਨੂੰ ਜਿਹੜਾ ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤਾ, ਕੋਈ ਭਰਮ ਰੱਖਿਆ ਹੀ ਨਹੀਂ ਕਿ ਭਾਈ ਆਰਤੀ ਜਿਹੜੀ ਹੈ ਅਕਾਲ ਪੁਰਖ ਦੀ ਉਹ ਦੀਵੇ ਬਾਲ ਕੇ ਨਹੀਂ ਕੀਤੀ ਜਾ ਸਕਦੀ। ਉਹਦੀ ਆਰਤੀ ਜਿਹੜੀ ਹੈ ਉਹ ਤੇ ਹਮੇਸ਼ਾ ਹੀ ਹੁੰਦੀ ਆ ਰਹੀ ਹੈ। ਇਸ ਕਰਕੇ ਉਹ ਗੁਰਬਾਣੀ ਦੇ ਸ਼ਬਦ ਪੜ੍ਹਨ ਦੀ ਜਿਹੜੀ ਮਰਿਆਦਾ, ਉਹ ਮਰਿਆਦਾ ਦੇ ਅਨੁਸਾਰ ਹੀ ਸਾਨੂੰ ਇਹ ਆਰਤੀ ਕਰਨੀ ਚਾਹੀਦੀ ਆ। ਹੁਣ ਇੱਥੇ ਸਵਾਲ ਇਹ ਵੀ ਆਪ ਜੀ ਦੇ ਮਨ ਵਿੱਚ ਆਏਗਾ ਕਿ ਹਜ਼ੂਰ ਸਾਹਿਬ ਵੀ ਹੁੰਦੀ ਆ ਜਾਂ ਹੋਰ ਜਗ੍ਹਾ ਦੇ ਉੱਤੇ ਹੁੰਦੀ ਆ। ਉਹ ਇੱਕ ਪੰਥਕ ਮਸਲਾ ਹੈ। ਸਮਾਂ ਆਏਗਾ, ਮੈਂ ਤੁਹਾਡੇ ਨਾਲ ਅੱਗੇ ਵੀ ਗੱਲ ਕੀਤੀ ਕਿ ਉਹ ਪੰਥ ਵਿਚਾਰੇਗਾ ਕਿ ਇਹ ਕਰਮ ਕਾਂਡ ਜਿਹੜੇ ਬੰਦ ਹੋਣਗੇ। ਕਿਉਂਕਿ ਜਦੋਂ ਸਾਡੇ ਕੋਲ ਇਹਦੇ ਬਾਰੇ ਗਿਆਨ ਨਹੀਂ ਨਾ ਹੁੰਦਾ, ਧਰਮ ਦਾ ਗਿਆਨ ਜਾਂ ਸਾਨੂੰ ਮਰਿਆਦਾ ਦਾ ਨਹੀਂ ਪਤਾ ਹੁੰਦਾ, ਅਸੀਂ ਫਿਰ ਲੋਕਾਂ ਦੇ ਪਿੱਛੇ ਲੱਗ ਕੇ ਕਰਮ ਕਾਂਡ ਕਰਨ ਲੱਗ ਜਾਂਦੇ ਆ। ਫਿਰ ਸਾਡੇ ਪੱਕ ਜਾਂਦੇ ਆ। ਉਹ ਫਿਰ ਕਹਿੰਦੇ ਕਿ ਇਹ ਜੀ ਸਾਡੇ ਵਡੇਰੇ ਕਰਦੇ ਆਏ। ਉਹ ਕਹਿੰਦੇ ਨਹੀਂ ਕਿ ਇੱਕ ਮਹਾਂਪੁਰਖ ਕਰ ਲੱਗਦਾ ਸੀ ਬੰਦਗੀ, ਤੇ ਉਹਦੇ ਬਿੱਲੀ ਰੱਖੀ ਹੁੰਦੀ, ਉਹਦੇ ਲਾਗੇ ਆ ਕੇ ਤੇ ਉਹਦੀ ਗੋਦੀ 'ਚ ਬਹਿ ਜਾਂਦੀ ਤੇ ਉਹਦੇ ਨੌਂਤਰਾ ਮਾਰਦੀ। ਤੇ ਉਹਨੇ ਕੀ ਕੀਤਾ, ਮਹਾਂਪੁਰਖ ਨੇ ਉਹ ਬਿੱਲੀ ਦੇ ਗਲ 'ਚ ਪਾਈ ਰੱਸੀ ਤੇ ਉਹਨੂੰ ਕਿੱਲੇ ਨਾਲ ਬੰਨ੍ਹਿਆ ਕਰੇ ਜਦੋਂ ਬੰਦਗੀ ਕਰ ਲੱਗਿਆ ਕਰੇ। ਤੇ ਉਹ ਜਦੋਂ ਬੰਦਗੀ ਏਦਾਂ ਕਰਨ ਲੱਗ ਪਿਆ, ਉਹ ਕਿੱਲੇ ਨਾਲ ਬੰਨ੍ਹ ਕੇ ਤੇ ਬੰਦਗੀ ਕਰਨ ਲੱਗ ਜਾਇਆ ਕਰੇ। ਉਹ ਮਰਨ ਲੱਗਾ ਤੇ ਉਹ ਦੂਸਰਾ ਗੱਦੀ ਤੇ ਬੈਠਾ, ਉਹਨੇ ਕਿਹਾ ਕਿ ਉਹ ਮਹਾਂਪੁਰਖ ਕਰਦਾ, ਉਹਨੇ ਵੀ ਬਿੱਲੀ ਫੜ ਕੇ ਤੇ ਕਿੱਲੇ ਨਾਲ ਬੰਨ੍ਹ ਦੇਣੀ ਜਦੋਂ ਬੰਦਗੀ ਕਰਨੀ। ਉਹ ਇਸ ਤਰ੍ਹਾਂ ਉਹ ਫਿਰ ਜਿਵੇਂ ਉਹ ਬਿੱਲੀ ਬੰਨ੍ਹਦਾ ਸੀ, ਉਹ ਜਦੋਂ 10-5 ਪੀੜ੍ਹੀਆਂ ਗੁਜ਼ਰੀਆਂ, ਉਸੇ ਤਰ੍ਹਾਂ ਬਿੱਲੀ ਮਰ ਗਈ, ਫਿਰ ਨਵੀਂ ਬਿੱਲੀ ਲਿਆਂਦੀ, ਉਹਨੂੰ ਕਿੱਲੇ ਨਾਲ ਬੰਨ੍ਹ ਕੇ ਫਿਰ ਕਰਨ ਲੱਗ ਪਏ, ਹਨਾ। ਇਸ ਤਰ੍ਹਾਂ ਦੇ ਜਿਹੜੇ ਸਿਧਾਂਤ ਹੈ, ਇਹਨਾਂ ਦੇ ਪਿੱਛੇ ਕੁਝ ਨਹੀਂ ਹੁੰਦਾ। ਇਹ ਸਾਡੀਆਂ ਆਪਣੀਆਂ ਮਨਮਤਾਂ ਜਿਹੜੀਆਂ ਹੁੰਦੀਆਂ, ਉਹਨੂੰ ਅਸੀਂ ਗੁਰਮਤ ਦਾ ਰੰਗ ਦੇ ਕੇ ਜਿਹੜਾ ਉਹ ਕਰਨਾ ਸ਼ੁਰੂ ਕਰ ਦਿੰਦੇ। ਇਹ ਸਾਡੀ ਭੁੱਲ ਹੈ ਜੀ, ਇਹਦੇ ਵੱਲ ਖਾਸ ਧਿਆਨ ਦੇਣਾ ਚਾਹੀਦਾ। ਧੰਨਵਾਦ ਹਾਂਜੀ, ਫਤਿਹ ਜੀ। ਹਾਂਜੀ, ਹੋਰ ਕੋਈ ਸਿੰਘ ਹੈ ਜੀ? ਹੈਲੋ, ਹਾਂਜੀ, ਵਾਹਿਗੁਰੂ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੈਂਚੀਆਂ ਕਿੱਦਾਂ ਰੱਖਦੇ ਨੇ? ਸੈਂਚੀਆਂ ਦੋ ਹੁੰਦੀਆਂ ਨੇ ਨਾ, ਪ੍ਰਥਮ ਤੇ ਦੂਸਰੀ। ਹੈਲੋ ਹੈਲੋ, ਹਾਂਜੀ ਹਾਂਜੀ, ਆ ਰਹੀ ਹੈ ਜੀ ਆਵਾਜ਼, ਆਪ ਜੀ ਬੋਲੋ। ਉਹ ਇੱਕ ਦੇ ਉੱਪਰ ਇੱਕ ਰੱਖਣੀਆਂ ਹੁੰਦੀਆਂ ਨੇ ਕਿ ਅਲੱਗ ਅਲੱਗ ਰੱਖਣੀਆਂ ਹੁੰਦੀਆਂ ਨੇ? ਤਾਂ ਇਹ ਕਹਿੰਦੇ ਨੇ ਅਲੱਗ ਅਲੱਗ ਰੱਖਣੇ ਚਾਹੀਦੇ ਨੇ ਇਹਨਾਂ ਦੇ ਜਿਹੜੇ ਦੋ ਭਾਗ। ਆਵਾਜ਼ ਤੁਹਾਡੀ ਨਾ ਕਲੀਅਰ ਨਹੀਂ ਆ ਰਹੀ, ਥੋੜਾ ਜਿਹਾ ਕਲੀਅਰ ਬੋਲੋ ਤੁਸੀਂ। ਆਵਾਜ਼ ਨਹੀਂ ਤੁਹਾਡੀ ਕਲੀਅਰ ਆ ਰਹੀ, ਬੇਨਤੀ ਆ। ਜਿਹੜੇ ਰੱਖਦੇ ਨੇ ਆਪਾਂ। ਹੈਲੋ ਹੈਲੋ, ਹਾਂਜੀ ਇਹਨਾਂ ਦੀ ਨੈਟਵਰਕ ਦੀ ਪ੍ਰੋਬਲਮ ਹੈਗੀ ਏ, ਤੇ ਮੈਂ ਇਹਨਾਂ ਦਾ ਸਵਾਲ ਰਿਪੀਟ ਕਰਾਂ, ਜੇ ਕਲੀਅਰ ਆ ਰਹੀ ਆਵਾਜ਼ ਤਾਂ। ਇਹ ਭੈਣ ਜੀ ਇਹ ਪੁੱਛਦੇ ਨੇ, ਸੈਂਚੀਆਂ ਸਾਹਿਬ ਜਿਹੜੀਆਂ ਹੁੰਦੀਆਂ ਨੇ, ਉਹਨਾਂ ਨੂੰ ਕਿਵੇਂ ਰੱਖਣਾ ਚਾਹੀਦਾ? ਇੱਕ ਦੇ ਉੱਤੇ ਇੱਕ ਰੱਖਣਾ ਚਾਹੀਦਾ ਹੈ ਜਾਂ ਵੱਖ-ਵੱਖ ਰੱਖਣਾ ਚਾਹੀਦਾ ਹੈ? ਹਾਂਜੀ ਹਾਂਜੀ, ਠੀਕ ਹੈ, ਲੱਗੇ ਸਮਝ। ਵਾਹਿਗੁਰੂ ਜੀ, ਅਗਰ ਤੁਹਾਡੇ ਕੋਲ 4 ਭਾਗ ਪੂਰੇ ਹਨ, ਜਿਵੇਂ ਸ਼ਬਦਾਰਥ ਪੋਥੀਆਂ 4 ਭਾਗ ਮਿਲਦੇ ਆ, ਉਹਨਾਂ ਨੂੰ ਜੇ ਤੁਸੀਂ ਹੋ ਸਕੇ ਤੇ ਆਪਣੇ ਸਾਫ਼ ਸੁਥਰੀ ਜਗ੍ਹਾ, ਇਹ ਨਿਰਧਾਰਿਤ ਕੀਤੀ ਗਈ ਹੈ ਕਿ ਸਾਫ਼ ਸੁਥਰੀ ਜਗ੍ਹਾ ਹੋਵੇ, ਜਿਸ ਜਗ੍ਹਾ ਦੇ ਵਿੱਚ ਆਪ ਜੀ ਉਹਨਾਂ ਪੋਥੀਆਂ ਨੂੰ ਰੱਖ ਸਕਦੇ ਹੋ। ਇੱਕ ਦੂਜੇ ਦੇ ਉੱਤੇ 2 ਪੋਥੀਆਂ ਇੱਕ ਪਾਸੇ, 2 ਪੋਥੀਆਂ ਇੱਕ ਪਾਸੇ ਤੁਸੀਂ ਰੱਖ ਸਕਦੇ ਹੋ। ਇਹਦੇ ਵਿੱਚ ਕੋਈ ਭਰਮ ਨਹੀਂ ਕਰਨਾ। ਤੇ ਦੂਸਰੀ ਗੱਲ, ਜਦੋਂ ਅਸੀਂ ਗੁਰਬਾਣੀ ਦਾ ਸਤਿਕਾਰ ਦੀ ਗੱਲ ਆਉਂਦੀ ਆ, ਉਹ ਆਪਾਂ ਜਿੰਨਾ ਗੁਰਬਾਣੀ ਦਾ ਸਤਿਕਾਰ ਹੋ ਜਾਵੇ ਓਨਾ ਹੀ ਥੋੜਾ ਹੈ। ਠੀਕ ਹੈ ਜੀ, ਇਹ ਗੱਲ ਅਸੀਂ ਧਿਆਨ 'ਚ ਰੱਖਣੀ ਹੈ। ਜੇ ਹੋ ਸਕੇ, ਜੇ ਤੁਹਾਡੇ ਕੋਲ ਜਗ੍ਹਾ ਖੁੱਲੀ ਹੈ, ਜਿਨ੍ਹਾਂ ਦੇ ਕੋਲ ਜਗ੍ਹਾ ਘੱਟ ਆ, ਉਹ ਤੇ ਕੋਈ ਗੱਲ ਨਹੀਂ, ਇੱਕ ਅਲਮਾਰੀ ਦੇ ਵਿੱਚ ਵੀ ਰੱਖ ਸਕਦੇ ਆ। ਪਰ ਜਿਨ੍ਹਾਂ ਕੋਲ ਜਗ੍ਹਾ ਖੁੱਲੀ ਹੈ, ਉਹ ਬੜੇ ਤਰੀਕੇ ਦੇ ਨਾਲ, ਬੜੇ ਸੋਹਣੇ ਢੰਗ ਦੇ ਨਾਲ ਉਹਨਾਂ ਪੋਥੀਆਂ ਨੂੰ ਸਜਾ ਕੇ ਰੱਖ ਸਕਦੇ। ਕਿਉਂਕਿ ਸਤਿਗੁਰਾਂ ਦੀ ਗੁਰਬਾਣੀ ਦਾ ਪ੍ਰਮਾਣ ਹੈ, ਸਤਿਗੁਰ ਵੱਡਾ ਘਰ ਸਲਾਈ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ।
ਉਹਨੂੰ ਵੱਡਾ ਕਰਕੇ ਜੇ ਸੁਣਾਵਾਂਗੇ ਤੇ ਉਹਦੇ ਨਾਲ ਸਾਨੂੰ ਵੀ ਜਿਹੜਾ ਮਾਣ ਪ੍ਰਾਪਤ ਹੋਏਗਾ। ਇਸ ਕਰਕੇ ਜੇ ਤੁਹਾਡੇ ਕੋਲ 4 ਪੋਥੀਆਂ ਗੁਰਬਾਣੀ ਦੀਆਂ ਹਨ ਤੇ ਉਹਨਾਂ ਨੂੰ ਤੁਸੀਂ 2-2 ਅਲੱਗ ਕਰਕੇ ਰੱਖ ਸਕਦੇ ਹੋ, ਤੇ ਜੇ ਤੁਹਾਡੇ ਕੋਲ 2 ਪੋਥੀਆਂ ਗੁਰਬਾਣੀ ਦੀਆਂ ਹਨ ਉਹਨਾਂ ਨੂੰ ਵੀ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਰੱਖ ਸਕਦੇ। ਪਰ ਇੱਕ ਗੱਲ ਇਹ ਜ਼ਰੂਰੀ ਹੈ ਕਿ ਉਸ ਜਗ੍ਹਾ ਦੇ ਉੱਤੇ ਸਾਫ਼ ਸਫਾਈ ਹੋਵੇ, ਜਿੱਥੇ ਤੁਸੀਂ ਰੱਖਣੀ ਹੈ ਉਸ ਜਗ੍ਹਾ ਦੇ ਉੱਤੇ ਇਹ ਨਾ ਹੋਵੇ ਕਿ ਗੰਦ ਪਿਆ ਹੋਵੇ ਜਾਂ ਚੂਹੇ ਫਿਰਦੇ ਹੋਣ। ਇਹ ਗੱਲ ਜਿਹੜੀ ਆ ਇਹ ਧਿਆਨ 'ਚ ਰੱਖਣੀ ਚਾਹੀਦੀ, ਠੀਕ ਹੈ ਜੀ। ਤੇ ਸਭ ਤੋਂ ਵੱਡੀ ਗੱਲ ਜਿਹੜੀ ਆ ਕਿ ਮਰਿਆਦਾ ਦੇ ਅਨੁਸਾਰ ਹੀ ਆ ਕਿ ਵੱਧ ਤੋਂ ਵੱਧ ਜਿਹੜਾ ਹੈ ਗੁਰੂ ਦਾ ਸਤਿਕਾਰ ਉਹ ਹੋਵੇ, ਤੇ ਉਹ ਤੁਸੀਂ ਵੱਧ ਤੋਂ ਵੱਧ ਪਤਾ ਹੀ ਹੈ ਜੀ ਕਿੰਨਾ ਆਪਾਂ ਜਿੰਨੀ ਸਾਡੀ ਸਮਰੱਥਾ ਹੁੰਦੀ ਹੈ। ਹਾਂਜੀ, ਹੋਰ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਠੀਕ ਹੈ ਜੀ। ਹੋਰ ਕਿਸੇ ਨੇ ਸਵਾਲ ਆਪ ਜੀ ਦੇ ਮਨ ਵਿੱਚ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਸਾਨੂੰ ਬਾਅਦ ਵਿੱਚ ਸਵਾਲ ਯਾਦ ਆਉਂਦਾ, ਤੇ ਆਪ ਜੀ ਪਰਸਨਲ ਮੈਸੇਜ ਵੀ ਤੁਸੀਂ ਕਰ ਸਕਦੇ ਹੋ ਗਰੁੱਪ ਦੇ ਵਿੱਚ। ਤੇ ਚਲੋ ਨਹੀਂ ਕਰ ਸਕਦੇ ਕਿਉਂਕਿ ਉਹਦੇ ਵਿੱਚ ਸਿਰਫ ਜੇ ਆਪਾਂ ਸਾਰਿਆਂ ਨੂੰ ਹੀ ਆਪਾਂ ਕਰ ਦਿੱਤਾ ਤੇ ਫਿਰ ਸਾਡੀ ਕਲਾਸ ਦਾ ਸੈਸ਼ਨ ਉੱਪਰ ਚਲੇ ਜਾਏਗਾ, ਹਨਾ। ਜਿਵੇਂ ਅਸੀਂ ਮੈਸੇਜ ਪਾਉਨੇ ਆ, ਉਹ ਥੱਲੇ ਕਿਸੇ ਨੇ ਵਾਹਿਗੁਰੂ ਭੇਜਤਾ, ਕਿਸੇ ਨੇ ਹੁਕਮਨਾਮਾ ਭੇਜਤਾ, ਕਿਸੇ ਨੇ ਕੋਈ ਫੋਟੋ ਭੇਜਤੀ, ਉਹ ਫਿਰ ਜਿਹੜਾ ਹੁੰਦਾ ਹੈ ਨਾ ਸਾਡਾ ਮੈਸੇਜ ਭੇਜਿਆ ਆ ਉਹ ਤਾਂ ਚਲ ਜਾਂਦਾ, ਫਿਰ ਸਾਨੂੰ ਲੱਭਦਾ ਨਹੀਂ। ਤੇ ਇਸ ਕਰਕੇ ਉਹ ਅਸੀਂ ਉੱਥੇ ਮਿਊਟ ਕੀਤਾ ਹੋਇਆ, ਸਿਰਫ ਐਡਮਿਨ ਹੀ ਉੱਥੇ ਮੈਸੇਜ ਕਰ ਸਕਦਾ ਹੈ। ਪਰ ਤੁਸੀਂ ਪਰਸਨਲ ਤੌਰ ਤੇ ਤੁਸੀਂ ਜਿਹੜਾ ਆ ਸਵਾਲ ਉਹ ਗਰੁੱਪ ਦੇ ਵਿੱਚੋਂ ਨੰਬਰ ਲੈ ਕੇ ਪਰਸਨਲ ਸਵਾਲ ਕਰ ਸਕਦੇ ਹੋ। ਹੁਣ ਆਪਣੇ ਕੋਲ ਖੁੱਲਾ ਸਮਾਂ ਹੈ, ਆਪਾਂ ਉਸ ਸਵਾਲ ਨੂੰ ਵਿਚਾਰ ਕੇ ਹੀ ਅੱਗੇ ਤੁਰਿਆ ਕਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਇੱਥੇ ਆਪਾਂ ਕਲਾਸ ਦੀ ਹੁਣ ਸਮਾਪਤੀ ਕਰਦੇ ਹਾਂ। ਸ਼ਾਮ ਨੂੰ ਆਪ ਜੀ ਨੇ ਇਸੇ ਤਰ੍ਹਾਂ ਸੰਥਿਆ ਦੀ ਕਲਾਸ 6:30 ਵਜੇ ਹੈ, ਆਪ ਜੀ ਨੇ ਇਸੇ ਤਰ੍ਹਾਂ ਜੁੜਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।